ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਸੀਂ ਦੇਖ ਰਹੇ ਹੋ ਟਾਰਗੇਟ ਆਫ ਪੰਜਾਬ ਐਗਜ਼ਾਮ ਚੈਨਲ ਔਰ ਮੇਰਾ ਨਾਮ ਸੁਰਜੀਤ ਸਿੰਘ ਹੈ। ਔਰ ਅੱਜ ਦਾ ਜੋ ਆਪਣਾ ਚੈप्टर है वो डिस्टेंस एंड डायरेक्शन ਦਾ ਪਾਰਟ ਸੀ ਔਰ ਫਾਈਨਲ ਪਾर्ट है ਡੀਅਰ ਇਹ डिस्टेंस एंड डायरेक्शन ਦਾ। ਜੋ ਬੱਚੇ ਪਹਿਲੀ ਵਾਰ ਇਸ ਵੀਡੀਓ ਨੂੰ ਦੇਖ ਰਹੇ ਨੇ, ਮੈਂ ਇਸ ਤੋਂ ਪਹਿਲਾਂ ਆਲਰੇਡੀ डिस्टेंस एंड डायरेक्शन ਦਾ ਪਾर्ट 1 ਔਰ ਪਾर्ट 2 ਅਪਲੋਡ ਕਰ ਚੁੱਕਿਆ ਹਾਂ YouTube ਤੇ ਬੱਚੋ। ਜੋ ਬੱਚੇ ਫਸਟ ਟਾਈਮ ਦੇਖ ਰਹੇ ਨੇ ਤਾਂ ਮੇਰੀ ਇੱਕ ਰਿਕੁਐਸਟ ਹੋਏਗੀ ਉਹਨਾਂ ਬੱਚਿਆਂ ਲਈ ਤਾਂ ਪਲੀਜ਼ ਤੁਸੀਂ ਡਿਸਟੈਂਸ ਐਂਡ ਡਾਇਰੈਕਸ਼ਨ ਦਾ ਪਾਰਟ 1 ਔਰ ਪਾਰਟ 2 ਜ਼ਰੂਰ ਦੇਖਿਓ, ਕਿਉਂਕਿ ਵਿਦ ਦਾ ਬਿਹਾਫ ਆਫ ਦਾ ਥੀਸ ਆਫ ਦਾ ਵੀਡੀਓਜ਼ ਤੁਹਾਨੂੰ ਡੈਫੀਨਿਟਲੀ ਇਹਦੇ ਵਿੱਚ ਵੀ ਹੈਲਪ ਮਿਲੇਗੀ ਔਰ ਤੁਸੀਂ ਬੈਟਰ ਤਰੀਕੇ ਨਾਲ ਅੰਡਰਸਟੈਂਡਿੰਗ ਕਰ ਪਾਓਗੇ ਅਗਰ ਤੁਹਾਡੇ ਬੇਸਿਕ ਕਲੀਅਰ ਹੋਣਗੇ। ਅੱਜ ਜੋ ਅਸੀਂ ਗੱਲ ਕਰਾਂਗੇ ਬਹੁਤ ਹੀ ਇੰਪੋਰਟੈਂਟ ਕਰਾਂਗੇ, ਕਿਉਂਕਿ ਇਸ ਤਰ੍ਹਾਂ ਦੇ ਜੋ ਪਾਰਟ ਦੇ ਕੁਐਸਚਨ ਨੇ ਉਹ ਬਹੁਤ ਜ਼ਿਆਦਾ ਪੰਜਾਬ ਇੰਸਪੈਕਟਰ ਜਾਂ ਫਿਰ ਪੰਜਾਬ ਪੁਲਿਸ ਦੇ ਰਿਗਾਰਡਿੰਗ ਜੋ ਵੀ ਪੋਸਟਾਂ ਨੇ ਬੱਚੋ ਉਹਦੇ ਵਿੱਚ ਪੁੱਛੇ ਜਾਂਦੇ ਨੇ। ਇਵਨ ਕਿ ਇਹ ਡਿਸਟੈਂਸ ਐਂਡ ਡਾਇਰੈਕਸ਼ਨ ਦਾ ਹਾਈ ਲੈਵਲ ਦੇ ਕੁਐਸਚਨ ਹੋਣਗੇ। ਕੋਈ ਬੱਚਾ ਅੱਗੇ ਬੈਂਕ ਵਿੱਚ ਜਾਂ ਫਿਰ ਬੈਂਕ ਪੀਓ ਦੀ ਜੌਬ ਲਈ ਵੀ ਤਿਆਰੀ ਕਰਦਾ ਹੈ ਤਾਂ ਉਹਦੇ ਵਿੱਚ ਵੀ ਇਸ ਤਰ੍ਹਾਂ ਦੇ ਕੁਐਸਚਨ ਪੁੱਟ ਕੀਤੇ ਜਾਂਦੇ ਨੇ। ਹਾਂ ਆਓ ਬੱਚੋ, ਮੈਂ ਸ਼ੁਰੂ ਕਰਦਾ ਹਾਂ ਜ਼ਿਆਦਾ ਦੇਰ ਨਾ ਕਰਦੇ ਹੋਏ। ਹੁਣ ਤੱਕ ਅਸੀਂ ਜੋ ਪਾਰਟ 1 ਔਰ ਪਾਰਟ 2 ਦੇ ਵਿੱਚ ਸਿੱਖਿਆ ਹੈ, ਥੋੜਾ ਅਗਰ ਮੈਂ ਉਸ ਤੇ ਚਾਨਣਾ ਪਾਵਾਂ ਤਾਂ ਕੁਝ ਇਸ ਤਰ੍ਹਾਂ ਦਾ ਸੀ। ਅਸੀਂ ਸਭ ਤੋਂ ਪਹਿਲਾਂ ਟਾਈਪ 1 ਸਿੱਖਿਆ ਸੀ ਡੀਅਰ। ਟਾਈਪ 1 ਦੇ ਵਿੱਚ ਅਸੀਂ ਕੀ ਸਿੱਖਿਆ ਸੀ ਜੀ? ਟਾਈਪ 1 ਦੇ ਵਿੱਚ ਸਾਡੀ ਪਹਿਲੀ ਜੋ ਚੀਜ਼ ਸੀ ਉਹ ਇਹ ਸੀ ਕਿ ਸਾਨੂੰ ਡਾਇਰੈਕਸ਼ਨ ਦਿੱਤੀ ਹੁੰਦੀ ਹੈ ਕਿ ਕੋਈ ਪਰਸਨ ਨਾਰਥ ਜਾ ਰਿਹਾ ਹੈ, ਫਿਰ ਲੈਫਟ ਮੁੜਦਾ ਹੈ ਜਾਂ ਰਾਈਟ ਮੁੜਦਾ ਹੈ, ਫਿਰ ਲੈਫਟ ਜਾਂ ਰਾਈਟ ਮੁੜਦਾ ਹੈ। ਦੱਸੋ ਜੀ ਹੁਣ ਉਹ ਕਿਹੜੀ ਦਿਸ਼ਾ ਵੱਲ ਜਾ ਰਿਹਾ ਹੈ? ਤਾਂ ਜਿੰਨੇ ਵੀ ਰਾਈਟ ਲੈਫਟ ਹੁੰਦੇ ਸਨ ਕਾਮਨ ਸਨ, ਉਸਨੂੰ ਕੱਟ ਕੇ ਅਸੀਂ ਜੋ ਵੀ ਬਚਦਾ ਸੀ ਉਹਦੇ ਹਿਸਾਬ ਨਾਲ ਆਨਸਰ ਦੇ ਦਿੰਦੇ ਸੀ। ਇਹ ਸੀ ਆਪਣਾ ਟਾਈਪ 1 ਡੀਅਰ। ਉਸ ਤੋਂ ਬਾਅਦ ਅਸੀਂ ਟਾਈਪ 2 ਸਿੱਖਿਆ ਡੀਅਰ। ਟਾਈਪ 2 ਦੇ ਵਿੱਚ ਕੀ ਸੀ? ਸਟਾਰਟਿੰਗ ਦੀ ਡਾਇਰੈਕਸ਼ਨ ਪੁੱਛੀ ਜਾਂਦੀ ਸੀ ਔਰ ਜਿਵੇਂ ਰਾਈਟ ਲੈਫਟ ਮੁੜਿਆ ਔਰ ਹੁਣ ਉਹ ਈਸਟ ਵੱਲ ਫੇਸ ਕਰਕੇ ਬੈਠਾ ਹੈ ਤਾਂ ਅਸੀਂ ਜੋ ਵੀ ਕਾਮਨ ਸਨ ਉਹ ਕੱਟ ਦਿੰਦੇ ਸੀ ਔਰ ਉਸ ਤੋਂ ਬਾਅਦ ਜੋ ਵੀ ਇਹ ਡਾਇਰੈਕਸ਼ਨ ਸੀ ਇਸ ਦਾ ਆਪੋਜ਼ਿਟ ਕਰਕੇ ਇੱਥੇ ਆਨਸਰ ਦੇ ਦਿੰਦੇ ਸੀ। ਇਹ ਆਪਣਾ ਟਾਈਪ 2 ਸੀ ਡੀਅਰ। ਇਸ ਤੋਂ ਬਾਅਦ ਪਿਆਰੇ ਬੱਚੋ ਅਸੀਂ ਟਾਈਪ 3 ਸਿੱਖਿਆ ਇਸੇ ਡਿਸਟੈਂਸ ਨੂੰ ਲੈ ਕੇ ਬੇਟਾ ਜਾਂ ਡਾਇਰੈਕਸ਼ਨ ਨੂੰ ਲੈ ਕੇ ਜੋ ਟਾਈਪ 3 ਸਿੱਖਿਆ ਸੀ। ਉਹਦੇ ਵਿੱਚ ਕੀ ਸੀ? ਸਟਾਰਟਿੰਗ ਪੁਆਇੰਟ ਵੀ ਗਿਵਨ ਸੀ ਔਰ ਕੋਈ ਰਾਈਟ ਜਾਂ ਲੈਫਟ। ਉਸ ਤੋਂ ਬਾਅਦ ਉਹ 40 ਜਾਂ 45 ਡਿਗਰੀ ਦਾ ਐਂਗਲ ਲੈ ਕੇ ਕੌਣ ਲੈ ਕੇ ਰਾਈਟ ਜਾਂ ਐਂਟੀ ਕਲੌਕਵਾਈਜ਼ ਜਾਂ ਫਿਰ ਕਲੌਕਵਾਈਜ਼ ਟਰਨ ਕਰਦਾ ਸੀ। ਇਹ ਸਾਡਾ ਟਾਈਪ 3 ਸੀ ਡੀਅਰ। ਅਸੀਂ ਇਸ ਨੂੰ ਵੀ ਅੱਛੇ ਤਰੀਕੇ ਨਾਲ ਬਖੂਬੀ ਸਿੱਖ ਲਿਆ ਸੀ। ਪਰ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਬੱਚੇ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਆਨਸਰ ਸੈਂਡ ਕਰਦੇ ਨੇ ਔਰ ਲਗਭਗ ਮੈਂ ਸਾਰੇ ਬੱਚਿਆਂ ਦਾ ਰਿਪਲਾਈ ਵੀ ਕੀਤਾ ਹੈ। ਤਾਂ ਪਿਆਰੇ ਬੱਚੋ, ਆਈ ਥਿੰਕ ਇਹੀ ਇੱਕ ਗੁਰੂ ਦਕਸ਼ਨਾ ਹੈ ਜੋ ਤੁਸੀਂ ਮਿਹਨਤ ਕਰਕੇ ਔਰ ਸਾਨੂੰ ਆਨਸਰ ਦਿੰਦੇ ਹੋ ਔਰ ਸਾਨੂੰ ਖੁਸ਼ੀ ਹੁੰਦੀ ਹੈ ਕਿ ਬੱਚੇ ਡੈਫੀਨਿਟਲੀ ਤਿਆਰੀ ਕਰ ਰਹੇ ਨੇ ਬੇਟਾ। ਆਓ ਬੱਚੋ, ਜੋ ਅੱਜ ਦਾ ਪਾਰਟ ਹੈ ਉਹ ਬਹੁਤ ਹੀ ਇੰਪੋਰਟੈਂਟ ਹੈ। ਅੱਜ ਦੇ ਪਾਰਟ ਨੂੰ ਲੈ ਕੇ ਮੈਂ ਕਹਿ ਸਕਦਾ ਕਿ ਅਗਰ ਡਿਸਟੈਂਸ ਐਂਡ ਡਾਇਰੈਕਸ਼ਨ ਦੀ ਗੱਲ ਕਰਾਂ ਤਾਂ ਇਹ ਬੈਕਬੋਨ ਹੋਏਗਾ ਬੱਚੋ, ਪੂਰੇ ਦਾ ਪੂਰਾ ਬੈਕਬੋਨ ਹੋਏਗਾ ਡਿਸਟੈਂਸ ਐਂਡ ਡਾਇਰੈਕਸ਼ਨ ਦਾ। ਅੱਜ ਜੋ ਅਸੀਂ ਗੱਲ ਕਰਨੀ ਹੈ ਉਹ ਦੋਨਾਂ ਚੀਜ਼ਾਂ ਨੂੰ ਲੈ ਕੇ ਗੱਲ ਕਰਨੀ ਹੈ ਡੀਅਰ। ਦੋਨੋਂ ਚੀਜ਼ ਮਤਲਬ ਕਿ ਹੁਣ ਤੱਕ ਅਸੀਂ ਜਿੰਨੀ ਵੀ ਗੱਲ ਕੀਤੀ ਸੀ ਉਹ ਡਾਇਰੈਕਸ਼ਨ ਨੂੰ ਲੈ ਕੇ ਕੀਤੀ ਸੀ, ਜਿੰਨੀ ਵੀ ਗੱਲ ਦਿਸ਼ਾ ਨੂੰ ਲੈ ਕੇ ਕੀਤੀ ਸੀ। ਪਿਆਰੇ ਬੱਚੋ, ਦੂਰੀ ਦਾ ਕਿਤੇ ਨਾਮ ਤਾਮ ਨਹੀਂ ਰੱਖਿਆ ਸੀ, ਅਸੀਂ ਡਿਸਟੈਂਸ ਨੂੰ ਕਿਸੇ ਵੀ ਤਰ੍ਹਾਂ ਨਾਲ ਡਿਸਕਸ਼ਨ 'ਚ ਨਹੀਂ ਕੀਤਾ ਸੀ ਬੱਚੋ। ਅੱਜ ਜੋ ਅਸੀਂ ਗੱਲ ਕਰਾਂਗੇ ਉਹ ਡਾਇਰੈਕਸ਼ਨ ਪਲੱਸ ਡਿਸਟੈਂਸ ਦੋਨਾਂ ਦੀ ਗੱਲ ਕਰਾਂਗੇ। ਅੱਜ ਦਾ ਜੋ ਆਪਣਾ ਟੌਪਿਕ ਹੈ ਡਿਸਟੈਂਸ ਪਲੱਸ ਡਾਇਰੈਕਸ਼ਨ, ਇਹਨਾਂ ਦੋਨਾਂ ਦੀ ਆਪਾਂ ਗੱਲ ਕਰਾਂਗੇ ਔਰ ਇਸ ਵਿੱਚ ਕੁਝ ਬੇਸਿਕ ਜਿਹੇ ਕਨਸੈਪਟ ਹੋਣਗੇ, ਥੋੜੀ ਬਹੁਤ ਮੈਥ ਦੀ ਵੀ ਯੂਜ਼, ਇਹਦੇ ਵਿੱਚ ਮੈਥ ਦੇ ਕਨਸੈਪਟ ਵੀ ਯੂਜ਼ ਹੋਣਗੇ ਤਾਂ ਉਹਨਾਂ ਚੀਜ਼ਾਂ ਨੂੰ ਬਖੂਬੀ ਸਮਝਾਂਗੇ ਆਪਾਂ। ਔਰ ਇਹਦੇ ਵਿੱਚ ਹੈ ਨਾ ਜੋ ਗੱਲ ਹੈ ਉਹ ਕੁਝ ਇਸ ਤਰ੍ਹਾਂ ਪੁੱਛੀ ਜਾਂਦੀ ਹੈ, ਦੂਰੀ ਵਿਦ ਰਿਸਪੈਕਟ ਟੂ ਪੁੱਛੀ ਜਾਂਦੀ ਹੈ ਸਾਡੇ ਤੋਂ। ਜੋ ਦੂਰੀ ਹੈ ਜਾਂ ਡਿਸਟੈਂਸ ਹੈ ਉਹ ਵਿਦ ਰਿਸਪੈਕਟ ਪੁੱਛੀ ਜਾਂਦੀ ਹੈ ਪਿਆਰੇ ਬੱਚੋ। ਵਿਦ ਰਿਸਪੈਕਟ, ਵਿਦ ਰਿਸਪੈਕਟ ਹੁੰਦਾ ਕੀ ਹੈ? ਜਿਵੇਂ ਮੈਂ ਇੱਕ ਸਿੰਪਲ ਜੀ ਗੱਲ ਕਵਾਂ, ਰਾਮ ਖੜਾ ਹੈ, ਪੁੱਛ ਲਿਆ ਗਿਆ ਰਾਮ ਜੋ ਹੈ ਉਹ ਸੋਨ ਤੋਂ ਕਿਹੜੀ ਦਿਸ਼ਾ ਵੱਲ, ਸੋਨ ਤੋਂ ਕਿਹੜੀ ਦਿਸ਼ਾ ਵੱਲ ਹੈ। ਇਸ ਨੂੰ ਹੀ ਡੀਅਰ ਆਪਾਂ ਨੇ ਕੀ ਕਿਹਾ? ਵਿਦ ਰਿਸਪੈਕਟ ਦੀ ਦੂਰੀ ਬੇਟਾ ਕਿਹੜੀ ਦਿਸ਼ਾ ਵੱਲ ਹੈ ਆਪਾਂ ਕਹਿ ਸਕਦੇ ਹਾਂ ਡੀਅਰ। ਜਿਵੇਂ ਇਹੀ ਗੱਲ ਕਰਾਂ, ਬੀ ਜੋ ਹੈ ਉਹ ਏ ਤੋਂ ਕਿਹੜੀ ਦਿਸ਼ਾ ਵੱਲ ਹੈ, ਏ ਤੋਂ ਕਿਹੜੀ ਦਿਸ਼ਾ ਵੱਲ ਹੈ। ਇਸੇ ਚੀਜ਼ ਨੂੰ ਹੀ ਡੀਅਰ ਵਿਦ ਰਿਸਪੈਕਟ ਕਿਹਾ ਜਾਂਦਾ ਹੈ। ਆਓ ਆਪਾਂ ਇਸ ਨੂੰ ਇੱਕ ਕੁਐਸਚਨ ਦੇ ਨਾਲ ਸਮਝਦੇ ਹਾਂ, ਕੁਐਸਚਨ ਦੇ ਹਿਸਾਬ ਨਾਲ ਇਸ ਚੀਜ਼ ਨੂੰ ਕਰਦੇ ਹਾਂ, ਬੈਟਰ ਅੰਡਰਸਟੈਂਡਿੰਗ ਹੋਏਗੀ। ਤਾਂ ਪਿਆਰੇ ਬੱਚੋ, ਤੁਹਾਡੀ ਸਕਰੀਨ ਤੇ ਕੁਐਸਚਨ ਹੈ, ਕੁਐਸਚਨ ਨੂੰ ਪੜੋ
और मैं ਇਹਦੇ ਵਿੱਚ 5 ਟਾਈਪ ਜਾਂ 4 ਟਾਈਪ ਦੇ ਕੁਐਸਚਨ ਪੁੱਟ ਕੀਤੇ ਨੇ। ਸਾਰਿਆਂ ਨੂੰ ਇੱਕ ਇੱਕ ਸੈਕਸ਼ਨ ਦੇ ਨਾਲ ਆਪਾਂ ਕਰਾਂਗੇ ਔਰ ਜੋ ਅੱਜ ਦਾ ਟਾਈਪ ਹੋਏਗਾ ਉਸ ਵਿੱਚ ਡਾਇਗਰਾਮ ਦੀ ਫਿਗਰ ਦੀ ਲੋੜ ਹੋਏਗੀ, ਫਿਗਰ ਨੂੰ ਲੈ ਕੇ ਆਪਾਂ ਕੁਐਸਚਨ ਨੂੰ ਸੋਲਵ ਕਰਾਂਗੇ ਬੱਚਿਓ। ਸਭ ਤੋਂ ਪਹਿਲਾਂ ਤਾਂ ਕੁਐਸਚਨ ਦੀ ਸਟੇਟਮੈਂਟ ਪੜ੍ਹਦੇ ਹਾਂ। ਕਹਿੰਦਾ ਇੱਕ ਆਦਮੀ ਈਸਟ ਵੱਲ ਜਾ ਰਿਹਾ ਹੈ ਤੇ 100 ਮੀਟਰ ਚੱਲਦਾ ਹੈ, ਫਿਰ ਉਹ ਖੱਬੇ ਹੱਥ ਮੁੜਦਾ ਹੈ ਤੇ 25 ਮੀਟਰ ਚੱਲਦਾ ਹੈ। ਚਲੋ ਈਸਟ ਸਭ ਦਾ ਸੇਮ ਹੁੰਦਾ ਹੈ ਨਾ ਪਿਆਰੇ ਬੱਚੋ, ਈਸਟ ਮਤਲਬ ਸੱਜਾ ਹੱਥ। ਇੱਕ ਆਦਮੀ 100 ਮੀਟਰ ਜਾ ਰਿਹਾ, ਕਿੱਧਰ ਜਾ ਰਿਹਾ ਹੈ ਜੀ? ਈਸਟ ਵੱਲ ਜਾ ਰਿਹਾ ਹੈ। ਲਓ ਡੀਅਰ, ਆਪਾਂ ਨੇ ਇਸ ਨੂੰ ਬਣਾ ਲਿਆ 100 ਮੀਟਰ ਉਹ ਜਾ ਰਿਹਾ ਹੈ। ਉਸ ਤੋਂ ਬਾਅਦ ਕੀ ਕਰਦਾ ਹੈ? ਉਹ ਖੱਬੇ ਹੱਥ ਮੁੜਦਾ ਹੈ। ਖੱਬਾ ਆਈ ਥਿੰਕ ਸਭ ਨੂੰ ਪਤਾ ਹੈ, ਐਂਟੀ ਕਲੌਕਵਾਈਜ਼। ਐਂਟੀ ਕਲੌਕਵਾਈਜ਼ ਦਾ ਮਤਲਬ ਉੱਪਰ ਨੂੰ ਰਾਜੇ। ਕਿੰਨਾ ਗਿਆ ਉੱਪਰ ਨੂੰ ਡੀਅਰ? 25 ਮੀਟਰ ਗਿਆ ਬੱਚੇ, 25 ਮੀਟਰ ਉੱਪਰ ਨੂੰ ਗਿਆ ਹੈ। ਫਿਰ ਉਹ ਅਗੇਨ ਖੱਬੇ ਹੱਥ ਮੁੜਦਾ ਹੈ। ਵਾਪਸ ਉਹ ਖੱਬੇ ਹੱਥ ਮੁੜਦਾ ਹੈ ਤਾਂ ਖੱਬਾ ਹੱਥ ਕਿਹੜੀ ਸਾਈਡ ਹੋਏਗਾ? ਆਈ ਥਿੰਕ ਐਂਟੀ ਕਲੌਕਵਾਈਜ਼ ਸਭ ਨੂੰ ਕਲੀਅਰ ਹੈ। ਕਿੰਨਾ ਜਾਂਦਾ ਹੈ ਰਾਜੇ? ਉਹ 45 ਜਾਂਦਾ ਹੈ ਬੱਚੋ। ਆ ਲਓ ਜੀ, ਇੱਥੋਂ ਸ਼ੁਰੂ ਹੋਇਆ ਔਰ ਉਹ 45 ਮੀਟਰ ਜੋ ਹੈ ਉਹ ਖੱਬੇ ਹੱਥ ਚਲਾ ਗਿਆ। ਕਹਿੰਦਾ ਅਤੇ ਫਿਰ ਉਹ ਆਖਿਰ ਵਿੱਚ ਖੱਬੇ ਹੱਥ ਮੁੜਦਾ ਹੈ ਅਤੇ 25 ਮੀਟਰ ਚੱਲਦਾ ਹੈ। ਪਿਆਰੇ ਬੱਚੋ, ਹੁਣ ਇਸ ਦਿਸ਼ਾ ਵੈਸਟ ਵੱਲ ਜਾ ਰਿਹਾ ਤਾਂ ਖੱਬਾ ਹੱਥ ਉਹਦਾ ਕਿਹੜੀ ਦਿਸ਼ਾ ਵੱਲ ਹੋਏਗਾ? ਨੀਚੇ ਨੂੰ ਆਏਗਾ। ਆ ਲਓ ਜੀ, ਇਸ ਸਾਈਡ ਨੂੰ ਉਹ ਵਾਪਸ ਇਸ ਜਗ੍ਹਾ ਤੇ ਆ ਜਾਂਦਾ ਹੈ। 25 ਮੀਟਰ ਚੱਲਦਾ ਹੈ, ਮਤਲਬ ਇਸ ਪੁਆਇੰਟ ਤੇ ਆ ਕੇ ਪਹੁੰਚ ਜਾਂਦਾ ਹੈ। ਮੰਨ ਕੇ ਚੱਲਦਾ ਇਹ A ਪੁਆਇੰਟ ਤੋਂ ਸ਼ੁਰੂ ਕਰਦਾ ਸੀ ਆਪਣੀ ਯਾਤਰਾ, ਇਹ A ਪੁਆਇੰਟ ਹੈ ਔਰ ਇਹ B ਪੁਆਇੰਟ ਤੇ ਆ ਕੇ ਆਪਣੀ ਯਾਤਰਾ ਨੂੰ ਖਤਮ ਕਰਦਾ ਹੈ। ਅਕੋਰਡਿੰਗ ਟੂ ਡਾਇਗਰਾਮ, ਜਿਵੇਂ ਜਿਵੇਂ ਉਸਨੇ ਬੋਲਿਆ ਮੈਂ ਉਸੇ ਤਰ੍ਹਾਂ ਇਨਫੋਰਮੇਸ਼ਨ ਨੂੰ ਫੋਲੋ ਕਰਦਾ ਗਿਆ ਔਰ ਇਹ ਸਾਡੇ ਸਾਹਮਣੇ ਇੱਕ ਫਿਗਰ ਬਣ ਕੇ ਤਿਆਰ ਹੋ ਗਈ ਡੀਅਰ। ਚਲੋ ਆਪਾਂ ਦੇਖਦੇ ਹਾਂ ਹੁਣ ਕੀ ਪੁੱਛਦਾ ਹੈ। ਜੋ ਮੇਰਾ ਫਰਸਟ ਕੁਐਸਚਨ ਹੈ ਨਾ, ਉਹ ਤਾਂ ਉਸਨੇ ਕਿਹਾ ਉਹ ਕਿਹੜੀ ਦਿਸ਼ਾ ਵੱਲ ਜਾ ਰਿਹਾ ਹੈ। ਅਗਰ ਤਾਂ ਕੁਐਸਚਨ ਇੰਨਾ ਹੀ ਹੁੰਦਾ, ਓਨਲੀ ਦਿਸ਼ਾ ਪੁੱਛੀ ਜਾਂਦੀ, ਤਾਂ ਤੁਹਾਨੂੰ ਯਾਦ ਹੈ ਆਪਣਾ ਟਾਈਪ 1 ਜਿਸ ਵਿੱਚ ਆਪਾਂ ਨੇ ਕੀਤਾ ਸੀ, ਟਾਈਪ 1 ਦੇ ਹਿਸਾਬ ਨਾਲ ਅਸੀਂ ਇਸ ਕੁਐਸਚਨ ਨੂੰ ਕਰ ਸਕਦੇ ਹਾਂ। ਅਗਰ ਦੇਖਿਆ ਜਾਵੇ ਤਾਂ ਕਿਹੜੀ ਦਿਸ਼ਾ ਵੱਲ ਜਾ ਰਿਹਾ ਹੈ? ਨੀਚੇ ਨੂੰ ਜਾ ਰਿਹਾ ਹੈ। ਨੀਚੇ ਮਤਲਬ ਸਾਊਥ ਹੁੰਦਾ ਹੈ, ਤਾਂ ਮੇਰਾ ਜੋ ਆਨਸਰ ਆ ਗਿਆ ਡੀਅਰ ਉਹ ਸਾਊਥ ਆ ਗਿਆ ਬੱਚੇ। ਅਗਰ ਮੈਂ ਇਸ ਨੂੰ ਸ਼ਾਰਟਕਟ ਤਰੀਕੇ ਨਾਲ ਕਰਾਂ ਤਾਂ ਮੈਂ ਸ਼ਾਰਟਕਟ ਤਰੀਕਾ ਤੁਹਾਨੂੰ ਫਿਰ ਵਾਪਸ ਥੋੜਾ ਜਿਹਾ ਯਾਦ ਕਰਵਾ ਦੇਣਾ। ਸਭ ਤੋਂ ਪਹਿਲਾਂ ਪੁੱਤਰ ਈਸਟ, ਈਸਟ ਆਪਾਂ ਨੇ ਉੱਤੇ ਰੱਖ ਲਿਆ। ਫਿਰ ਕੀ ਕਰਦਾ ਹੈ? ਖੱਬਾ ਮੁੜਦਾ ਹੈ, ਫਿਰ ਅਗੇਨ ਖੱਬਾ ਮੁੜਦਾ ਡੀਅਰ, ਫਿਰ 3 ਵਾਰ ਖੱਬਾ ਮੁੜਦਾ ਹੈ। ਦੱਸੋ ਜੀ ਹੁਣ ਕਿਹੜੀ ਦਿਸ਼ਾ ਵੱਲ ਜਾ ਰਿਹਾ ਹੈ? ਪਿਆਰੇ ਬੱਚੋ 3 ਖੱਬੇ ਮੀਨਸ 1 ਰਾਈਟ, ਯਾਦ ਹੈ ਕੁਛ? 3 ਲੈਫਟ ਇਜ਼ ਇਕੁਅਲ ਟੂ 1 ਰਾਈਟ, ਇਹੀ ਚੀਜ਼ ਕਹੀ ਗਈ ਹੈ। ਤਾਂ ਈਸਟ ਦਾ ਰਾਈਟ ਕੀ ਹੋਏਗਾ? ਰਾਈਟ ਦਾ ਮਤਲਬ ਕੀ ਹੁੰਦਾ ਹੈ? ਕਲੌਕਵਾਈਜ਼। ਤਾਂ ਈਸਟ ਦਾ ਰਾਈਟ ਕੀ ਹੋਏਗਾ? ਰਾਈਟ ਮਤਲਬ ਕਲੌਕਵਾਈਜ਼ 90 ਡਿਗਰੀ, ਤਾਂ ਆਨਸਰ ਸਿੱਧਾ ਕੀ ਆਇਆ ਰਾਜੇ? ਸਾਊਥ। ਇਹ ਤਾਂ ਸੀ ਸ਼ਾਰਟਕਟ ਤਰੀਕਾ, ਬਟ ਓਨਲੀ ਮੇਰੇ ਤੋਂ ਪਹਿਲਾ ਕੁਐਸਚਨ ਨਹੀਂ ਪੁੱਛਿਆ, ਦੂਸਰਾ ਕੁਐਸਚਨ ਦੇਖੋ। ਕਹਿੰਦਾ ਹੁਣ ਉਹ ਸਟਾਰਟਿੰਗ ਪੁਆਇੰਟ ਤੋਂ ਕਿਹੜੀ ਦਿਸ਼ਾ ਵੱਲ ਹੈ? ਪਿਆਰੇ ਬੱਚੋ ਧਿਆਨ ਦਿਓ, ਉਸਨੇ ਕਿਹਾ ਹੁਣ ਉਹ ਸਟਾਰਟਿੰਗ ਪੁਆਇੰਟ ਕਿਹੜਾ ਸੀ ਡੀਅਰ? ਆਪਣਾ A ਪੁਆਇੰਟ। ਇਸ ਤੋਂ ਕਿਹੜੀ ਦਿਸ਼ਾ ਵੱਲ ਹੈ? ਹੁਣ ਮੈਨੂੰ ਦਿਸ਼ਾ ਪੁੱਛੀ ਗਈ ਹੈ। ਦਿਸ਼ਾ ਨੂੰ ਦੱਸਣ ਦਾ ਇੱਕੋ ਤਰੀਕਾ, ਬਹੁਤ ਆਸਾਨ ਤਰੀਕਾ ਦੱਸਣਾ। ਤੁਸੀਂ ਸਭ ਨੇ ਬਚਪਨ ਦੇ ਵਿੱਚ ਜਾਂ ਫਿਰ ਮੂਵੀਜ਼ ਦੇ ਵਿੱਚ ਤੀਰ ਕਮਾਨ ਤਾਂ ਜ਼ਰੂਰ ਦੇਖਿਆ ਹੋਏਗਾ ਨਾ, ਕਿ ਤੀਰ ਕਮਾਨ ਕਿਵੇਂ ਛੱਡਿਆ ਜਾਂਦਾ, ਕੁਛ ਇਸ ਤਰ੍ਹਾਂ ਦੇ ਨਾਲ ਬੇਟਾ। ਬਸ ਤੁਸੀਂ ਤੀਰ ਕਮਾਨ ਰੱਖਣਾ ਹੈ ਉਸ ਜਗ੍ਹਾ ਤੇ ਜਿੱਥੋਂ ਪੁੱਛਿਆ ਗਿਆ ਕਿ ਕਿਹੜੀ ਦਿਸ਼ਾ ਵੱਲ ਹੈ। ਦਿਸ਼ਾ ਵੱਲ ਨੂੰ ਉਧਰ ਨੂੰ ਛੱਡਣਾ ਹੈ ਜਿੱਧਰ ਨੂੰ ਉਹ ਪਰਸਨ ਬੈਠਾ ਹੋਇਆ ਹੈ। ਮੰਨ ਲਓ ਆਹ ਪਰਸਨ A ਹੈ, A ਨੇ B ਵੱਲ ਤੀਰ ਕਮਾਨ ਛੱਡਣਾ ਹੈ, ਤਾਂ ਦੱਸੋ ਕਿਹੜੀ ਦਿਸ਼ਾ ਵੱਲ ਛੱਡ ਰਿਹਾ ਹੈ? ਉਹ ਕਿਹੜੀ ਦਿਸ਼ਾ ਵੱਲ ਛੱਡ ਰਿਹਾ ਹੈ? A ਤੋਂ B ਦੀ ਦਿਸ਼ਾ ਕਿਹੜੀ ਹੋ ਸਕਦੀ ਹੈ ਡੀਅਰ? ਸਿੰਪਲ ਜਿਹਾ ਆਨਸਰ ਹੈ ਈਸਟ, ਆਨਸਰ ਬਣ ਜਾਏਗਾ ਆਪਣਾ। ਕੋਈ ਵੀ ਚੀਜ਼ ਤੁਹਾਨੂੰ ਸਮਝ ਆਈ? ਪੁਆਇੰਟ ਕਲੀਅਰ ਹੋਇਆ? ਜੋ ਅਸੀਂ ਦਿਸ਼ਾ ਦੱਸਣੀ ਹੈ ਉਹ ਅਸੀਂ ਇੱਕ ਤੀਰ ਕਮਾਨ ਮੰਨ ਕੇ ਸੋਚਾਂਗੇ ਕਿ ਇੱਕ ਇਨਸਾਨ ਅਗਰ ਕੋਈ ਤੀਰ ਕਮਾਨ ਛੱਡਦਾ ਹੈ, ਜਿਹੜੀ ਦਿਸ਼ਾ ਵੱਲ ਛੱਡੇਗਾ ਉਹੀ ਡਾਇਰੈਕਸ਼ਨ ਮੇਰੀ ਆਨਸਰ 'ਚ ਜਾਏਗੀ। ਤਾਂ A ਨੇ B ਵੱਲ ਛੱਡਿਆ ਤਾਂ A ਤੋਂ B ਦੀ ਦਿਸ਼ਾ ਕੀ ਹੋਈ ਡੀਅਰ? ਈਸਟ ਹੋਈ। ਤਾਂ ਪਹਿਲਾ ਆਨਸਰ ਆਪਣਾ, ਸੈਕਿੰਡ ਆਨਸਰ ਵੀ ਆਪਣਾ ਆ ਗਿਆ। ਤੀਸਰਾ ਆਨਸਰ ਪੜੋ ਬੇਟਾ। ਕੁਐਸਚਨ ਹੈ ਉਹ ਸਟਾਰਟਿੰਗ ਪੁਆਇੰਟ ਤੋਂ ਕਿੰਨਾ ਦੂਰ ਹੈ? ਬੇਟਾ ਸਟਾਰਟਿੰਗ ਪੁਆਇੰਟ ਕੀ ਸੀ? A, B ਇੱਥੇ ਆ ਗਿਆ ਹਨਾ। ਕਿੰਨਾ ਚੱਲਿਆ ਸੀ ਇਹ ਟੋਟਲ? A ਤੋਂ ਇੱਥੋਂ ਤੱਕ 100 ਮੀਟਰ ਚੱਲਿਆ ਸੀ। 100 ਮੀਟਰ ਤੋਂ 45 ਮੀਟਰ ਤਾਂ ਉਹ ਵਾਪਸ ਆ ਗਿਆ ਪਿਆਰੇ ਬੱਚੋ। 45 ਮੀਟਰ ਤਾਂ ਉਹ ਵਾਪਸ ਰਿਕਵਰੀ ਕਰ ਗਿਆ, ਤਾਂ ਬਚਿਆ ਕੀ ਰਾਜੇ? 55 ਮੀਟਰ। ਤੀਸਰਾ ਜੋ ਕੁਐਸਚਨ ਦਾ ਮੇਰਾ ਆਨਸਰ ਬਣਦਾ ਹੈ ਉਹ 55 ਮੀਟਰ ਬਣਦਾ ਹੈ। ਬਿਲਕੁਲ ਆਸਾਨ ਕੁਐਸਚਨ ਹੈ, ਮੈਂ ਕਨਸੈਪਟ ਸਿਖਾਉਣਾ ਚਾਹੁੰਦਾ, ਫਿਰ ਇਸ ਦੇ ਅੱਛੇ ਲੈਵਲ ਦੇ ਕੁਐਸਚਨ ਤੁਹਾਨੂੰ ਦੇਵਾਂਗਾ ਡੀਅਰ।
होप्सो समझ आई गल बेटा। 100 गया सी, 100 चो 45 उसने रिटर्न एंट्री की है बच्चों, तो इस बी पॉइंट ते पहुंच गया। बी तो ए दी दूरी ਆਪਾਂ ਨੇ ਕੱਢਣੀ ਸੀ, 100 ਚੋਂ 45 ਮਾਈਨਸ ਕੀਤੇ, 55 ਮੇਰਾ ਆਨਸਰ ਆ ਗਿਆ ਡੀਅਰ। ਚੌਥਾ ਕੁਐਸਚਨ ਪੜੋ ਬੇਟਾ। ਇਹ ਲੈਵਲ ਦਾ ਕੁਐਸਚਨ ਹੈ, ਕਈ ਵਾਰੀ ਦੋ ਚੀਜ਼ਾਂ ਇਕੱਠੀਆਂ ਪੁੱਛਦਾ ਬੇਟੇ। ਇਹ ਮੈਂ ਸਮਝਾਉਣ ਦੇ ਲਈ ਤੁਹਾਨੂੰ 4 ਕੁਐਸਚਨ ਪਾਏ ਸੀ, ਬਟ ਉਹ ਇੱਕੋ ਹੀ ਪੁੱਛੇਗਾ, ਜਿਵੇਂ ਸਟਾਰਟਿੰਗ ਪੁਆਇੰਟ ਤੋਂ ਕਿੰਨਾ ਦੂਰ ਅਤੇ ਕਿਹੜੀ ਦਿਸ਼ਾ ਵੱਲ ਹੈ। ਸਟਾਰਟਿੰਗ ਪੁਆਇੰਟ ਤੋਂ ਕਿੰਨਾ ਦੂਰ ਆਪਾਂ ਨੇ ਹੁਣੇ ਕੱਢਿਆ ਸੀ, 55 ਮੀਟਰ ਦੂਰ ਹੈ, ਇਹ ਚੀਜ਼ ਕਹੀ ਸੀ। ਅਤੇ ਕਿਹੜੀ ਦਿਸ਼ਾ ਵੱਲ ਹੈ, ਦਿਸ਼ਾ ਆਪਾਂ ਨੇ ਹੁਣੇ ਡੀਅਰ ਕੱਢੀ ਸੀ, ਜੋ ਕੁਐਸਚਨ ਨੰਬਰ 2 ਦੇ ਵਿੱਚ ਕੱਢੀ ਸੀ, ਤਾਂ ਦਿਸ਼ਾ ਬਣ ਗਈ ਡੀਅਰ ਈਸਟ ਬੇਟਾ। 55 ਮੀਟਰ ਈਸਟ ਮੇਰਾ ਆਨਸਰ ਆ ਜਾਏਗਾ। ਹੋਪ ਸੋ ਤੁਸੀਂ ਇਸ ਚੀਜ਼ ਨੂੰ ਸਮਝ ਪਾਏ, ਕਲੀਅਰ ਕਰ ਪਾਏ ਬੇਟਾ। अब बच्चों मैं कुछ इस तरह के क्वेश्चन की एक अद्धी और प्रैक्टिस करवाना, फिर अगले टाइप आप शुरू करांगे। जो अज का लैक्चर है बहुत इंटरेस्टिंग होने वाला है, अगे अगे तुहानू सारे कंसैप्ट अज के लैक्चर में ही मैं कवर करवावांगा प्यारे बच्चों। आओ डियर नैक्सट क्वेश्चन लेने आप बेटे। नैक्सट क्वेश्चन मेरे को ये है, तुहाडे सामने स्क्रीन पर आ गया बच्चों, चैक करो क्वेश्चन स्टेटमेंट नू रीड आउट करो, फिर मूव करांगे। सुशांत अपने घर तो 5 किलोमीटर नॉर्थ वाल चलता है। बेटे मैनू ऑप्शन च नजर आ गई सारियां दे विच डिस्टेंस दी गई है। इट मीनस मेरा जो क्वेश्चन है वो विद द हेल्प ऑफ द डायग्राम होएगा, आप डायग्राम जरूर बनावांगे नाल नाल। शुरू कर देने हैं। नॉर्थ मैनू पता है, अपना जदों भी पेपर ते नॉर्थ बनाना है तो नॉर्थ का मतलब ऊपर वाली साइड है ना। आ लो बेटा कितना चला गया डियर, 5 किलोमीटर चला गया। अपन इसनू 5 किलोमीटर रख दिता बेटे, ठीक है जी। फिर अगे की कहता है, वो नॉर्थ वाल चलता है, 5 किलोमीटर चला गया, ठीक है। फिर वो खब्बे मुड़दा है। खब्बा सबनों पता है एंटी क्लॉकवाइज होंदा है ना, खब्बा मतलब एंटी क्लॉकवाइज। कितना गया डियर, 3 किलोमीटर। आ लो जी अपने 3 किलोमीटर रख दिता बच्चों। फिर की कहता है, फिर वो सज्जे मुड़दा है अते 5 किलोमीटर चलता है। सज्जे मुड़ना है, सज्जा सबनों पता है किहड़ी दिशा वाल हुंदा है। कितना चलिया बेटा, वो 5 किलोमीटर चलता है। सज्जा मतलब की हो सकता है डियर, उपर नूं। पॉइंट क्लियर हो रहा है या नहीं हो रहा है बेटा, तो सज्जा आलो जी ऊपर की दिशा वाल नूं चला गया डियर, ठीक है जी। कितना चला गया, 5 किलोमीटर चला गया बच्चे। समझ आ रही गल बेटा। फिर की कहता है, एक बार फिर सज्जे मुड़दा है, एक बारी फिर सज्जे मुड़दा है, तो सज्जा किधर होएगा डियर, जे ऊपर नूं जा रहा है था, याद है ना, ऊपर नूं कोई भी चीज जा रही है ਉਹਦਾ सज्जा हाथ की होएगा क्लॉकवाइज डियर। तो आलो जी क्लॉकवाइज कितना जाना है उसने, 3 किलोमीटर जाना है, तो आ ਆਪਾਂ ने 3 किलोमीटर रख दिता। होप्सो समझ आया। इत्थों शुरू होया सी, एदी 3 दी दूरी है, इत्थों तक बेटा आ रहा जी 3 किलोमीटर, इत्थों तक हो गया, ठीक है जी। वो कहता है वो अपने घर तो केड़ी दिशा वाल ते कितनी दूर है, ये चीज पूछी गई है। केड़ी दिशा वाल, अपने घर तो मान लो आ ए पॉइंट तो चलिया सी, ये उहदा घर है, और इस बी पॉइंट ते पहुंच गया, ठीक है जी। उन्हें पूछा है केड़ी दिशा वाल है, तीर रखो इत्थे इस जगह ते, छड़ दो ऊपर नूं, ऊपर नूं किहड़ी जगह बनती है, नॉर्थ दी है। आ लो डायरेक्शन तो निकल गई बेटा। हुण की पूछा बेटा जी उसने मेरे तो, कितनी दूर है, 5 किलोमीटर डियर आ वाला सी, और आ वाला कितना रहेगा बच्चे, आ वाला पॉइंट कितना रहेगा बच्चे, ये भी तो 5 है बच्चों, 5 और 5 कितना होया राजे, 10, तो 10 किलोमीटर नॉर्थ मेरा आंसर आ गया। मैं उम्मीद करता हूं तुहानू ये चीज समझ आई होगी, बेसिक जिहा कंसैप्ट सी, बड़ी आसानी नाल तुसी समझ लोगे इस क्वेश्चन नू बेटे। आओ डियर अगले क्वेश्चन ते चलते हैं, और अगले क्वेश्चन च मैं थोड़ा टाइप चेंज करन जा रहा हूं, क्वेश्चन का जो टाइप है वो चेंज करन जा रहा हाँ। और इस क्वेश्चन नू करवाने तो पहला मैं तुहानू एक स्लाइड ते एक सैपरेट टॉपिक देना, इस क्वेश्चन के टॉपिक नू समझाना चाहांगा, फिर आपां मूव करांगे अगले पार्ट वाल डियर। एक मिनट लिए वेल बच्चे, अपने को जो पॉइंट आया उसके हिसाब नाल आपां इस चीज नू देखते हैं। पर बच्चों हुण तक मैं जो 2 क्वेश्चन करवाए ने उस विच मैं डिस्टेंस और डायरेक्शन दोनों नू यूज किया, बट हुण इहदे विच एक मैथ का कंसैप्ट तुहानू दसना चाहांगा। मैथ का कंसैप्ट यूज होंदा है प्यारे बच्चों, तुसीं त्रिभुज वर्ड सुनिया होगा, त्रिभुज त्रिकोण आपां कह दिंदे आ, मैं उहदे ते गल करन जा रहा। त्रिकोण का मतलब की हुंदा डियर, जिहदे विच एक एंगल 90 डिग्री का बनता है, कोई भी एक एंगल जो है वो 90 डिग्री का बनता है, इसनूं त्रिकोण कह दिंदे ने बच्चों।
ਜਾਂ ਫਿਰ ਤ੍ਰਿਕੋਣ ਆਪਾਂ ਔਰ ਕਿਸ ਵੇ ਨਾਲ ਕਰ ਸਕਦੇ ਹਾਂ। ਜੇਕਰ ਔਰ ਚੀਜ਼ ਨੂੰ ਦੇਖਿਆ ਜਾਵੇ ਤਾਂ ਬੱਚੋ ਆਹ ਚੀਜ਼ ਵੀ ਤ੍ਰਿਕੋਣ ਦੇ ਤੌਰ ਤੇ ਬਣ ਸਕਦੀ ਹੈ। ਆਹ ਵਾਲੀ ਚੀਜ਼ ਬੱਚੋ, ਆਹ 1 ਡਿਗਰੀ ਜੋ ਹੈ 90 ਐਂਗਲ ਦਾ। ਤ੍ਰਿਭੁਜ ਦੇ ਵਿੱਚ ਹਮੇਸ਼ਾ ਇੱਕ ਐਂਗਲ 90 ਡਿਗਰੀ ਦਾ ਹੋਏਗਾ ਹੀ ਹੋਏਗਾ। ਪੁਆਇੰਟ ਕਲੀਅਰ ਹੋ ਰਿਹਾ ਬੱਚੋ ਜਾਂ ਨਹੀਂ ਬੇਟਾ? ਸੇਮ ਇਹਦੇ ਵਿੱਚ ਮੈਂ ਇਸ ਤਰ੍ਹਾਂ ਵੀ ਬਣਾ ਸਕਦਾ ਇਸ ਚੀਜ਼ ਨੂੰ। ਆ ਲਓ, ਆਹ ਚੀਜ਼ ਵੀ ਬਣ ਸਕਦੀ ਹੈ। ਆ ਵੀ 90 ਡਿਗਰੀ ਦਾ ਇੱਕ ਐਂਗਲ ਬਣ ਗਿਆ, ਤਾਂ ਇਸ ਨੂੰ ਤ੍ਰਿਭੁਜ ਕਹਿੰਦੇ ਨੇ। ਪਿਆਰੇ ਬੱਚੋ, ਇਹ 3 ਲਾਈਨਾਂ ਦੇ ਬਾਰੇ ਥੋੜਾ ਜਿਹਾ ਧਿਆਨ ਨਾਲ ਦੇਖਣਾ। ਇਹ ਜੋ 3 ਲਾਈਨਸ ਨੇ, ਇਹ ਥੋੜਾ ਮੈਂ ਥੋੜਾ ਟੇਢਾ ਬਣਾਇਆ, ਇਸ ਨੂੰ ਇਸ ਤਰ੍ਹਾਂ ਬਣਾ ਲੈਂਦੇ ਆ ਕਿ ਤੁਹਾਨੂੰ ਕਨਫਿਊਜ਼ਨ ਨਾ ਹੋਏ ਡੀਅਰ। ਆਹ ਵਾਲੀ ਚੀਜ਼ ਹੋ ਜਾਏਗੀ। ਆਹ ਹੋਪ ਸੋ ਸਮਝ ਆਈ ਗੱਲ ਬੇਟਾ। ਬੱਚੋ, ਜਿਹੜੀ ਇਹ ਵਾਲੀ ਲਾਈਨ ਹੁੰਦੀ ਹੈ ਨਾ, ਇਹ ਵਾਲੀ ਲਾਈਨ, ਦਿਸ ਵਨ, ਆਹ ਵਾਲੀ ਲਾਈਨ ਜਾਂ ਜਿਹੜੀ ਇਹ ਨੀਚੇ ਨੂੰ ਚੱਲਦੀ ਇਸ ਤਰ੍ਹਾਂ, ਇਹਨੂੰ ਬੇਸ ਲਾਈਨ ਕਿਹਾ ਜਾਂਦਾ ਹੈ। ਇੰਗਲਿਸ਼ ਦੇ ਵਿੱਚ ਇਸ ਨੂੰ ਕਿਹੜੀ ਲਾਈਨ ਕਿਹਾ ਜਾਂਦਾ ਡੀਅਰ? ਬੇਸ ਲਾਈਨ। ਔਰ ਪੰਜਾਬੀ ਵਿੱਚ ਬੇਟੇ ਬੇਸ ਨੂੰ ਹੀ ਆਧਾਰ ਕਿਹਾ ਜਾਂਦਾ ਬੇਟਾ। ਤਾਂ ਇਹ ਆਧਾਰ ਵਾਲੀ ਲਾਈਨ ਹੋ ਗਈ। ਪਲੀਜ਼ ਇਸ ਕੰਸੈਪਟ ਨੂੰ ਸਮਝਣਾ। ਮੈਂ ਇਸ ਕੁਐਸਚਨ ਤੋਂ ਕਰਵਾਉਣ ਤੋਂ ਪਹਿਲਾਂ ਇੱਕ ਬੇਸਿਕ ਕੰਸੈਪਟ ਸਮਝਾਉਣਾ ਚਾਹੁੰਦਾ। ਇਹ ਕਿਹੜੀ ਲਾਈਨ ਹੋਗੀ ਡੀਅਰ? ਆਧਾਰ ਜਾਂ ਫਿਰ ਬੇਸ ਲਾਈਨ। ਆਹ ਵਾਲੀ ਜੋ ਖੜਵੀਂ ਲਾਈਨ ਹੁੰਦੀ ਹੈ ਨਾ, ਹਮੇਸ਼ਾ ਆਹ ਖੜਵੀਂ ਲਾਈਨ ਜੋ ਹੁੰਦੀ 90 ਡਿਗਰੀ ਦੇ ਐਂਗਲ ਤੇ ਆਉਂਦੀ ਹੈ, ਜੋ ਖੜਵੀਂ ਲਾਈਨ ਹੁੰਦੀ ਹੈ ਬੱਚੋ, ਇਸ ਨੂੰ ਇੰਗਲਿਸ਼ 'ਚ ਤਾਂ ਪਰਪੈਂਡੀਕੂਲਰ ਕਿਹਾ ਜਾਂਦਾ ਹੈ। ਇੰਗਲਿਸ਼ 'ਚ ਕੀ ਕਿਹਾ ਜਾਂਦਾ ਹੈ ਰਾਜੇ? ਪਰਪੈਂਡੀਕੂਲਰ ਕਿਹਾ ਜਾਂਦਾ ਹੈ। ਔਰ ਜੇ ਮੈਂ ਪੰਜਾਬੀ 'ਚ ਕਹਾਂ ਤਾਂ ਪੰਜਾਬੀ ਦੇ ਵਿੱਚ ਇਹਦੀ ਭਾਸ਼ਾ ਜੋ ਨਿਕਲ ਕੇ ਆਉਂਦੀ ਹੈ ਉਹ ਵਰਡ ਹੁੰਦਾ ਲੰਬ। ਪੰਜਾਬੀ 'ਚ ਇਸ ਲਾਈਨ ਨੂੰ ਕੀ ਕਿਹਾ ਜਾਂਦਾ ਹੈ? ਇਹ ਲੰਬ ਹੈ ਬੇਟਾ। ਪੀ ਤੇ ਪਰਪੈਂਡੀਕੂਲਰ, ਬੀ ਤੇ ਬੇਸ ਜਾਂ ਆਧਾਰ ਕਹਿ ਸਕਦੇ ਹਾਂ ਆਪਾਂ। ਪਿਆਰੇ ਬੱਚੋ, ਜਿਹੜੀ ਆ ਲੰਮੀ ਲਾਈਨ ਹੁੰਦੀ ਹੈ ਨਾ, ਇਹ ਵਾਲੀ, ਤਿੰਨਾਂ ਦੇ ਵਿੱਚੋਂ ਇਹ ਲੰਮੀ ਲਾਈਨ ਹੋਏਗੀ। ਇਹਨੂੰ ਪੰਜਾਬੀ 'ਚ ਕਰਨ ਕਹਿੰਦੇ ਨੇ ਬੇਟਾ। ਇਹਨੂੰ ਪੰਜਾਬੀ ਦੇ ਵਿੱਚ ਕੀ ਕਹਿੰਦੇ ਨੇ? ਕਰਨ ਕਹਿੰਦੇ ਨੇ, ਜਾਂ ਹਾਈਪੋਥੀਨਿਊਜ਼। ਇੰਗਲਿਸ਼ ਦੇ ਵਿੱਚ ਇਸ ਨੂੰ ਹਾਈਪੋਟੇਨਿਊਜ਼ ਵੀ ਕਿਹਾ ਜਾਂਦਾ ਹੈ ਬੱਚੇ। ਹੋਪ ਸੋ ਸਮਝ ਆ ਰਹੀ ਗੱਲ ਬੇਟਾ? ਤਾਂ ਮੈਂ ਇਸ ਨੂੰ ਐਚ ਕਹਿ ਸਕਦਾ, ਇਸ ਨੂੰ ਮੈਂ ਐਚ ਕਹਿ ਸਕਦਾ। ਇਹਨੂੰ ਐਚ ਕਹਿ ਦਿੱਤਾ ਕਰਨ ਨੂੰ, ਬੇਸ ਨੂੰ ਮੈਂ ਬੀ ਕਹਿ ਦਿੱਤਾ, ਔਰ ਬੇਟੇ ਇਹ ਵਾਲੀ ਲਾਈਨ ਜੋ ਲੰਬ ਹੈ ਪਰਪੈਂਡੀਕੂਲਰ, ਇਸ ਨੂੰ ਮੈਂ ਪੀ ਕਹਿ ਦਿੱਤਾ ਬੱਚੋ। ਹੋਪ ਸੋ ਸਮਝ ਆ ਰਹੀ? ਇਹ 3 ਲਾਈਨਾਂ ਦੀ ਪਛਾਣ ਆਈ। ਹੁਣ ਵਾਲੇ ਜੋ ਅਗਲੇ ਜਿੰਨੇ ਵੀ ਕੁਐਸਚਨ ਆਣਗੇ, ਉਹਨਾਂ ਦੇ ਵਿੱਚ ਪਿਆਰੇ ਬੱਚੋ ਤੁਸੀਂ ਇੱਕ ਕਰਨ ਫਾਈਂਡ ਕਰਨੀ ਹੋਏਗੀ। ਕੋਈ ਪਰਸਨ ਹੈ, ਫਲਾਣੀ ਤੋਂ ਫਲਾਣੀ ਜਗ੍ਹਾ 'ਚ ਜਾ ਰਿਹਾ ਹੈ, ਦੱਸੋ ਜੀ ਇਹਦੀ ਆਹ ਦੂਰੀ ਕਿੰਨੀ ਹੈ। ਕੁਝ ਇਸ ਤਰ੍ਹਾਂ ਦੇ ਕੁਐਸਚਨ ਹੋਣਗੇ, ਆਪਾਂ ਨੇ ਕਰਨ ਫਾਈਂਡ ਕਰਨੀ ਹੋਏਗੀ। ਆਓ, ਕਰਨ ਨੂੰ ਕਿਵੇਂ ਫਾਈਂਡ ਕੀਤਾ ਜਾ ਸਕਦਾ ਹੈ, ਕਿਸ ਵੇ ਦੇ ਨਾਲ ਚੀਜ਼ ਨੂੰ ਸਮਝਿਆ ਜਾ ਸਕਦਾ ਹੈ। ਆਓ ਇੱਕ ਕੁਐਸਚਨ ਦੇ ਰਾਹੀਂ ਇਸ ਚੀਜ਼ ਨੂੰ ਆਪਾਂ ਸਮਝਦੇ ਹਾਂ ਡੀਅਰ। ਲਓ ਬੇਟੀ, ਮੈਂ ਇੱਕ ਸਲਾਈਡ ਤੇ ਤੁਹਾਨੂੰ ਔਰ ਲੈ ਕੇ ਜਾਣਾ ਹਾਂ ਔਰ ਚੀਜ਼ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦਾ ਹਾਂ ਕਿ ਅਗਰ ਤੁਹਾਨੂੰ ਕਹਿੰਦਾ ਹੈ, ਕੋਈ ਪਰਸਨ ਕਹਿੰਦਾ ਹੈ ਇਹ ਗੱਲ ਬੱਚੋ ਕਿ ਜੀ ਇੱਕ ਪਰਸਨ ਹੈ ਜੋ ਨਾਰਥ ਵੱਲ ਜਾ ਰਿਹਾ ਹੈ। ਇੱਕ ਪਰਸਨ ਹੈ, ਆਪਾਂ 1 ਮਿੰਟ ਲਈ ਪੈਨ ਲੈ ਲਾਂ ਬੱਚੋ। ਕੋਈ ਪਰਸਨ ਹੈ ਜੋ ਨਾਰਥ ਵੱਲ ਜਾ ਰਿਹਾ ਹੈ। ਲੈਟਸ ਸੀ ਮੈਂ ਇਹ ਕਹਿ ਦਿੱਤਾ ਇਹ ਨਾਰਥ ਵੱਲ ਗਿਆ। ਠੀਕ ਹੈ ਬੱਚੋ, ਇਹ ਨਾਰਥ ਵੱਲ ਜਾ ਰਿਹਾ ਹੈ। ਕਿੰਨਾ ਗਿਆ ਨਾਰਥ ਵੱਲ, ਉਸ ਚੀਜ਼ ਨੂੰ ਆਪਾਂ ਦੇਖ ਲੈਂਦੇ ਹਾਂ ਕਿ ਆਖਰ ਉਹ ਕਿੰਨਾ ਗਿਆ ਹੈ ਨਾਰਥ ਵੱਲ ਬੇਟਾ। ਤਾਂ ਮੈਂ ਮੰਨਦਾ ਹਾਂ ਕਿ ਉਹ ਇਨਸਾਨ ਜੋ ਹੈ ਉਹ ਨਾਰਥ ਵੱਲ ਜਾਂਦਾ ਹੈ ਜੀ 40 ਮੀਟਰ। ਆਪਾਂ ਕਹਿ ਦਿੰਦੇ ਹਾਂ ਨਾਰਥ ਵੱਲ ਕਿੰਨਾ ਗਿਆ ਪਿਆਰੇ ਬੱਚੋ? 40 ਮੀਟਰ ਗਿਆ। ਉਸ ਤੋਂ ਬਾਅਦ ਉਹ ਖੱਬੇ ਹੱਥ ਮੁੜਦਾ ਹੈ। ਖੱਬਾ ਹੱਥ ਕਿਹੜਾ ਹੋ ਸਕਦਾ ਪਿਆਰੇ ਬੱਚੋ? ਖੱਬਾ ਹੱਥ ਹੁੰਦਾ ਹੈ ਐਂਟੀ ਕਲੌਕਵਾਈਜ਼, ਹੈ ਨਾ। ਤਾਂ ਆ ਲੋ ਜੀ, ਖੱਬੇ ਹੱਥ ਮੁੜਦਾ ਹੈ। ਕਿੰਨਾ ਚਲਾ ਗਿਆ ਡੀਅਰ? 30 ਮੀਟਰ ਚਲਾ ਗਿਆ। 40 ਮੀਟਰ ਨਾਰਥ ਤੋਂ, ਮੰਨ ਲਓ ਇਹ A ਪੁਆਇੰਟ ਤੋਂ ਗਿਆ ਬੱਚੋ ਔਰ ਇਸ B ਪੁਆਇੰਟ ਤੇ ਪਹੁੰਚ ਗਿਆ ਬੇਟਾ। ਠੀਕ ਹੈ, ਪਹਿਲਾਂ ਸੱਜੇ ਗਿਆ 40 ਮੀਟਰ, ਫਿਰ ਬੇਟੇ ਖੱਬੇ ਹੱਥ ਮੁੜਿਆ ਔਰ 30 ਮੀਟਰ ਚਲਾ ਗਿਆ। ਦੱਸੋ ਜੀ A ਤੋਂ B ਦੀ ਦੂਰੀ ਕਿੰਨੀ ਹੈ? ਪਿਆਰੇ ਬੱਚੋ, ਜਦੋਂ A ਤੋਂ B ਦੀ ਦੂਰੀ ਪੁੱਛੀ ਜਾਂਦੀ ਹੈ ਨਾ, ਤਾਂ ਕਦੀ ਵੀ ਅਸੀਂ ਇਹ ਨਹੀਂ ਕਹਾਂਗੇ 30 + 40 ਮਤਲਬ 70 ਮੀਟਰ। ਮੇਰੀ ਗੱਲ ਨੂੰ ਸਮਝਣਾ, ਜਦੋਂ ਇਹ ਦੂਰੀ ਪੁੱਛੀ ਜਾਂਦੀ ਹੈ ਤਾਂ ਹਮੇਸ਼ਾ ਹੀ ਇਸ ਦੂਰੀ ਨੂੰ 에ਅਰ ਡਿਸਟੈਂਸ ਕਿਹਾ ਜਾਂਦਾ ਹੈ। ਤੁਸੀਂ ਨੋਟ ਕਰਿਓ ਇਸ ਚੀਜ਼ ਨੂੰ, ਤੁਹਾਡੇ ਕਨਸੈਪਟ ਕਲੀਅਰ ਹੋਣਗੇ ਪਿਆਰੇ ਬੱਚੋ। ਕਿਹੜੀ ਦੂਰੀ? 에ਅਰ ਡਿਸਟੈਂਸ। ਪੰਜਾਬੀ 'ਚ ਕਹਾਂ ਤਾਂ ਹਵਾਈ ਦੂਰੀ। ਹਵਾਈ ਦੂਰੀ ਪੁੱਛੀ ਜਾਂਦੀ ਹਮੇਸ਼ਾ। ਹਵਾਈ ਦੂਰੀ ਹੀ ਕਿਉਂ? ਕਿਉਂਕਿ ਹਵਾਈ ਦੂਰੀ ਸਭ ਨਾਲੋਂ ਛੋਟੀ ਦੂਰੀ ਹੁੰਦੀ ਹੈ ਪਿਆਰੇ ਬੱਚੋ, ਸੜਕ ਨਾਲੋਂ ਵੀ, ਰੇਲ ਨਾਲੋਂ ਵੀ। ਤਾਂ ਐਕਚੁਅਲ ਦੇ ਵਿੱਚ ਸਭ ਤੋਂ ਛੋਟੀ ਦੂਰੀ ਆਹ ਵਾਲੀ ਹੋਏਗੀ, ਇੱਥੋਂ ਤੱਕ ਪਹੁੰਚਣ ਦੇ ਲਈ ਬੇਟਾ, ਸਿੱਧੀ ਡਾਇਰੈਕਟ ਬੇਟਾ। ਇਸ ਨੂੰ ਹਵਾਈ ਦੂਰੀ ਕਿਹਾ ਗਿਆ ਹੈ। ਹੋਪ ਸੋ ਸਮਝ ਆਈ ਗੱਲ ਬੇਟਾ। 에ਅਰ ਡਿਸਟੈਂਸ ਨੂੰ ਉੱਥੇ ਮਿਨੀਮਮ ਡਿਸਟੈਂਸ ਵੀ ਕਈ ਵਾਰੀ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਕਹਾਂ ਤਾਂ ਘੱਟ ਤੋਂ ਘੱਟ ਦੂਰੀ ਦੱਸੋ ਕਿੰਨੀ ਹੋਵੇਗੀ, ਹਨਾ। ਔਰ ਕਈ ਵਾਰੀ ਅੰਗਰੇਜ਼ੀ ਦੇ ਵਿੱਚ ਸ਼ਾਰਟੈਸਟ ਡਿਸਟੈਂਸ ਵੀ ਬੇਟੇ ਇਹੋ ਜਿਹੇ ਵਰਡ ਵੀ ਯੂਜ਼ ਕਰ ਲਏ ਜਾਂਦੇ ਨੇ। ਸ਼ਾਰਟੈਸਟ ਡਿਸਟੈਂਸ ਕਿੰਨੀ ਹੋਵੇਗੀ, ਤਾਂ ਆਹ ਵਾਲੀ ਚੀਜ਼ ਵੀ ਉਹਦੇ ਵਿੱਚ ਕੰਸੀਡਰ ਹੋ ਜਾਂਦੀ ਹੈ। ਉਮੀਦ ਕਰਦਾ
ਤੁਹਾਨੂੰ ਸਮਝ ਆਇਆ ਕਿ ਅਸੀਂ ਫਾइंड ਕੀ ਕਰਨਾ ਹੈ। ਬਸ ਫਿਰ ਆਓ ਸ਼ੁਰੂ ਕਰਦੇ ਹਾਂ। ਤਾਂ ਆਹ ਕੰਸੈਪਟ ਤਾਂ ਆਪਾਂ ਕਦੀ ਯੂਜ਼ ਨਹੀਂ ਕਰਾਂਗੇ। 40 + 30 70 ਬੇਟਾ ਹੋਏਗਾ ਕੀ ਬੱਚੋ, ਆ ਕੀ ਹੈ ਆਪਣੇ ਕੋਲ, ਇਹ ਹੈ ਪਰਪੈਂਡੀਕੂਲਰ ਜਿਹਨੂੰ ਲੰਬ ਕਿਹਾ ਗਿਆ ਸੀ, P ਤੇ ਪਰਪੈਂਡੀਕੂਲਰ। ਇਹ ਕੀ ਹੈ ਪਿਆਰੇ ਬੱਚੋ, ਆਧਾਰ ਜਿਸਨੂੰ ਅਸੀਂ ਬੇਸ ਕਿਹਾ ਸੀ ਬੱਚੋ। ਪੁਆਇੰਟ ਕਲੀਅਰ ਹੋ ਰਿਹਾ ਬੇਟਾ। ਬੇਟੇ ਹੁੰਦਾ ਕੀ ਹੈ, ਇਹੋ ਜਿਹੇ ਕੁਐਸਚਨ ਨੂੰ ਸੋਲਵ ਕਰਨ ਦੇ ਲਈ ਅਸੀਂ ਇੱਕ ਮੈਥ ਦੀ ਕੰਸੈਪਟ ਨੂੰ ਸਮਝਦੇ ਹਾਂ, ਔਰ ਮੈਥ ਦੀ ਇੱਕ ਫਾਰਮ ਹੁੰਦੀ ਹੈ ਜਿਸਨੂੰ ਪੈਥਾਗੋਨ ਫਾਰਮਸ ਕਿਹਾ ਜਾਂਦਾ ਹੈ। ਇੱਕੋ ਇੱਕ ਫਾਰਮ ਹੀ ਯੂਜ਼ ਹੋਏਗੀ, ਔਰ ਉਹਦਾ ਵੀ ਮੈਂ ਇੱਕ ਵਾਰੀ ਬੇਸਿਕ ਹੀ ਦੱਸਣਾ ਹੈ ਤੁਹਾਨੂੰ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਹਰ ਵਾਰੀ ਉਹ ਫਾਰਮੂਲਾ ਲਿਖ ਕੇ ਫਿਰ ਜਾ ਕੇ ਸੋਲਵ ਕਰਨਾ, ਡੋਂਟ ਵਰੀ। ਬਸ ਇੱਕ ਵਾਰੀ ਇਹਦਾ ਬੇਸਿਕ ਕੰਸੈਪਟ ਸਮਝੋ। ਮੇਰੇ ਕੋਲ ਇਹ P ਲਾਈਨ ਸੀ, ਔਰ ਜੋ ਪੈਥਾਗੋਰਮ ਥਿਓਰਮ ਹੁੰਦੀ ਉਹ ਕੀ ਹੁੰਦੀ ਹੈ, h ਦਾ ਸਕੁਅਰ, h ਮਤਲਬ ਹਾਈਪੋਥेन्यूज, ਕਰਨ ਦਾ ਸਕੁਅਰ ਬਰਾਬਰ ਪਰਪੈਂਡੀਕੂਲਰ ਦਾ ਸਕੁਅਰ ਪਲੱਸ ਬੇਸ ਦਾ ਸਕੁਅਰ। ਆ ਚੀਜ਼ ਹੁੰਦੀ ਹੈ ਪਿਆਰੇ ਬੱਚੋ। ਕਰਨ ਦਾ ਸਕੁਅਰ ਕੱਢਣਾ ਹੈ ਅਸੀਂ, ਪਰਪੈਂਡੀਕੂਲਰ ਤੇ ਬੇਸ ਸਾਨੂੰ ਮਿਲਿਆ ਹੋ ਗਿਆ ਨਾ, ਦੋਨਾਂ ਨੂੰ ਜੋੜਨਾ ਹੈ। ਚੈੱਕ ਕਰੋ ਮੇਰੇ ਕੋਲ ਬੇਸ ਕੀ ਹੈ, ਬੇਸ ਮੇਰੇ ਕੋਲ 30 है और परपेंडिकुलर की है 40 है बच्चों। 40 का स्केयर कर देना बच्चों, और बेस मेरे को 30 है, 30 का स्केयर कर देना बच्चों। ठीक है, एच का स्केयर अगे रहेगा। हुण इस तो बाद लिखांगे नहीं आपां वार वार के एच का 2, एच का स्केयर, पी का स्केयर, नहीं डायरैक्ट जोड़िया करांगे बच्चों। एक बारी कंसैप्ट समझो तो होएगा की बच्चों, इन्हां दोनों नूं असीं स्केयर कीता तां 4 चौके कितना हो गया मेरे को 1600 आ लो जी, और 3 का 900 बच्चों। तो दोनों जोड़े तो की बन गए बच्चों 2500, और इधर की है एच का 2 बेटे, जी ये पावर है इधर आके रूट बन जाएगी बच्चों। आ रही गल समझ, जो पावर है इधर आके रूट बन जाएगी बेटा। बस हुण इसनूं सॉल्व करना है। अगर तो मैनूं 2500 किसी चीज़ का परफेक्ट स्केयर है तो मैं वो लिख दांगा तो मेरा आंसर आ जाएगा। इसनूं सॉल्व किवें करीदा है बच्चों, देखो इसनूं सॉल्व करने का तरीका ये हुंदा है, जिवें ही कोई स्केयर रूट आंदा है उसनूं किवें सॉल्व करते हैं बेटा। लास्ट वाले दो अक्षरां च तुसीं लाइन खिंच लो, जो लास्ट वाले दो अक्षर ने बेटा उन्हां च लाइन खिंच लो। जीरो तो जीरो है तो जीरो तुसीं इधरों काउंट कर ली बेटे। चेक करो ये 25 किहदे किहदे स्केयर दे विच आ जांदा है, जां किहड़े वर्ड दा स्केयर हो सकता है। तो 25 जो है ये 5 दा स्केयर है बच्चों। आ लो तो मेरा जो आंसर आ गया वो 50 आ गया। तो ए तो बी की जो मिनिमम दूरी है वो कितनी है 50 मीटर। ए तो बी की जो मिनिमम दूरी है प्यारे बच्चों वो कितनी है 50 मीटर। होपसो तुहानू ये कंसैप्ट समझ आया होएगा। आओ हुण अगे क्वेश्चन करते हैं, क्वेश्चन दे राही इसनू बैटर समझांगे। क्लियर क्वेश्चन है मेरे कोल, मैं पहला ये वाला क्वेश्चन करवावांगा फिर अगे चलते हैं। कहंदा एक एम पॉइंट तो रोहित किधर जाता है, साउथ वाल जाता है। कितने मीटर चल रहा है डियर, कितने मीटर चल रहा है बच्चों, मीटर चल रहा है जी 40। लो जी साउथ सबनू पता नीचे नूं हुंदा है। आ लो जी रोहित गया साउथ नूं और कितना गया डियर 40 मीटर गया, मैं लिख लिया। वो फिर खब्बे हथ मुड़दा है। हुण खब्बा हथ किहड़ा होएगा डियर, नीचे नूं जा रहा तो खब्बा हथ इस साइड होएगा, आही चीज बनेगी। खब्बा हथ कितना चला गया 30 मीटर चला गया बच्चों। कित्थों शुरू की उसने यात्रा, एम पॉइंट तो शुरू की प्यारे बच्चों यात्रा, और कित्थे पहुंचा डियर वो आर पॉइंट ते पहुंचा बेटे। कहंदा आर पॉइंट की घट तो घट दूरी एम तो कितनी होगी, एम तो आ दूरी पूछी गई है प्यारे बच्चों। समझ आ रही गल बेटा, 90 डिग्री का कोण बन गया, पैथागोरन फॉर्म तैयार हो गई अपनी। अते की पूछा गया, अते आर एम तो केड़ी दिशा वाल होएगा। आओ दोनों मिलके करते हैं क्वेश्चन नूं, समझते हैं कि डायरेक्शन भी की हो सकती है कि डिस्टेंस भी की हो सकती है। प्यारे बच्चों ये तो मैं हुणे हुणे कीता सी, बस 40 का स्केयर इत्थे कर दो 1600, ठीक है बच्चों, और 30 का स्केयर इत्थे कर दो 900, तो टोटल कितना आ गया डियर 2500। अंडर रूट रख लो, अंडर रूट भी अपने हुणे हुणे सॉल्व किया 50 आ गया। अगली गल दिशा की पूछी उसने, दिशा देखो आर एम तो केड़ी दिशा वाल होएगा, एम तो किहदे नाल लग्या एम दे नाल, एम ते रखो तीर। आ लो जी एम ते आपां ने तीर रख दिता, छड्डना किधर है आर वाल छड्डना है। देखो आर वाल केड़ा मैप केड़ा दिशा बनदी है प्यारे बच्चों। एक गल याद रखना, ये कभी भी भुलोगे नहीं तुसीं अगर डायरैक्शन ये कंसैप्ट सीख लिया तो। करना की है, देखो कोई भी चीज जे उपर नूं जा रही है तो वह नॉर्थ होएगी, है ना, और कोई भी चीज अगर नीचे नूं जा रही है तो वह साउथ होएगी प्यारे बच्चों। कोई भी चीज सज्जे हाथ नूं जा रही है तो वह ईस्ट होएगी, और कोई भी चीज खब्बे हाथ नूं जा रही है तो प्यारे बच्चों वैस्ट होएगी। उम्मीद करदा ये गल समझ आई, मैं रिपीट करदा, कोई चीज उपर नूं जा रही है तो वह नॉर्थ हुंदी है, कोई चीज नीचे नूं जा रही है तो साउथ हुंदी है, और कोई चीज खब्बे हथ नूं जा रही है नहीं
ਸੱਜੇ ਹੱਥ ਨੂੰ ਜਾ ਰਹੀ ਹੈ ਤਾਂ ਉਹ ਈਸਟ ਹੋਏਗੀ ਔਰ ਖੱਬੇ ਹੱਥ ਨੂੰ ਜਾ ਰਹੀ ਹੈ ਤਾਂ ਪਿਆਰੇ ਬੱਚੋ ਉਹ ਵੈਸਟ ਹੋਏਗੀ। ਕਿਉਂ? ਕਿਉਂਕਿ ਨਾਰਥ ਦਾ ਖੱਬਾ ਵੈਸਟ, ਨਾਰਥ ਦਾ ਸੱਜਾ ਈਸਟ ਹੁੰਦਾ ਹੈ। ਕਲੀਅਰ ਹੋਈ ਗੱਲ ਬੇਟਾ? ਆਓ ਡੀਅਰ ਕਰਦੇ ਹਾਂ ਸ਼ੁਰੂ। ਇੱਥੋਂ ਦੇਖਣਾ ਤੀਰ ਥੱਲੇ ਨੂੰ ਜਾ ਰਿਹਾ, ਥੱਲੇ ਨੂੰ ਕਿਹੜੀ ਦਿਸ਼ਾ ਹੋਏਗੀ ਪਿਆਰੇ ਬੱਚੋ? ਥੱਲੇ ਨੂੰ ਤਾਂ ਸਾਊਥ ਹੋਏਗੀ। ਆ ਲਓ ਜੀ ਮੈਂ ਸਾਊਥ ਲਿਖਤਾ। ਹੁਣ ਮੈਨੂੰ ਐਂ ਦੱਸੋ ਇਹ ਤੀਰ ਖੱਬੇ ਪਾਸੇ ਜਾ ਰਿਹਾ ਹੈ ਕਿ ਸੱਜੇ ਪਾਸੇ ਜਾ ਰਿਹਾ ਹੈ? ਚੈੱਕ ਕਰੋ x ਜਗ੍ਹਾ ਤੋਂ ਤੀਰ ਕਿਹੜੀ ਦਿਸ਼ਾ ਨੂੰ ਜਾ ਰਿਹਾ? ਆਹ ਵਾਲੀ ਸਾਈਡ ਨੂੰ ਬੇਟਾ। ਤਾਂ ਇਹ ਕਿਹੜਾ ਪਾਸਾ ਹੋ ਗਿਆ? ਇਹ ਪਾਸਾ ਹੋ ਗਿਆ ਸੱਜਾ। ਤਾਂ ਇਹ ਕਿਹੜਾ ਆ ਜਾਏਗਾ ਨਾਲ? ਈਸਟ ਬੇਟਾ। ਮੇਰਾ ਆਂਸਰ ਕੀ ਆਣਾ ਚਾਹੀਦਾ ਹੈ? 50 ਮੀਟਰ ਸਾਊਥ ਈਸਟ। ਆ ਦੋ ਚੀਜ਼ਾਂ ਬਣਨੀਆਂ ਬੇਟਾ ਜੀ। ਚੈੱਕ ਕਰੋ ਸਾਊਥ ਈਸਟ 50 ਮੀਟਰ ਹੈ ਕਿਤੇ? ਹਾਂਜੀ ਸਾਊਥ ਈਸਟ 50 ਮੀਟਰ ਹੈਗਾ ਮੇਰੇ ਕੋਲ। ਤਾਂ ਆਂਸਰ ਮੇਰਾ ਜੋ ਹੈ ਉਹ ਫੋਰਥ ਆਪਸ਼ਨ ਆ ਗਿਆ। ਉਮੀਦ ਕਰਦਾ ਇਹ ਕਨਸੈਪਟ ਬਹੁਤ ਇੰਪੋਰਟੈਂਟ ਸੀ ਔਰ ਤੁਸੀਂ ਸਮਝ ਪਾਏ ਹੋਵੋਗੇ। ਆਓ ਡੀਅਰ ਅਗਲਾ ਕੁਐਸਚਨ ਲੈਣੇ ਔਰ ਸਮਝਾਂਗੇ ਬੇਟਾ ਅਗਲੇ ਕੁਐਸਚਨ ਦੇ ਬਿਹਾਫ ਤੇ ਵੀ ਇਸ ਚੀਜ਼ ਨੂੰ ਬੱਚੋ। ਜੀ ਨੈਕਸਟ ਕੁਐਸਚਨ ਆ ਗਿਆ। ਇਹ ਜੋ ਹੈ ਉਹ B ਦਾ 6 ਕਿਲੋਮੀਟਰ ਈਸਟ ਹੈ। ਜਿਵੇਂ ਜਿਵੇਂ ਉਹ ਬੋਲਦਾ ਜਾ ਰਿਹਾ ਹੈ ਨਾ, ਤੁਸੀਂ ਸਭ ਤੋਂ ਪਹਿਲਾਂ ਤਾਂ ਚੈੱਕ ਕਰੋ ਜਿਵੇਂ ਜਿਵੇਂ ਉਹ ਬੋਲਦਾ ਜਾ ਰਿਹਾ ਡਰਾ ਕਰਨ ਦੀ ਗੱਲ ਸ਼ੁਰੂ ਕਰਾਂਗੇ। A ਕਿਹਦਾ? B ਦਾ 6 ਕਿਲੋਮੀਟਰ ਈਸਟ ਹੈ। ਈਸਟ ਕਿਸੇ ਦਾ ਵੀ ਹੋਵੇ ਇਸ ਸਾਈਡ ਨੂੰ ਜਾਂਦਾ। ਆ ਲਓ ਬੇਟਾ ਜੀ ਆ B ਹੈ, B ਦਾ A ਹੈ 6 ਕਿਲੋਮੀਟਰ ਈਸਟ ਵਿੱਚ। ਸਮਝ ਆਈ ਗੱਲ ਬੇਟਾ? C ਜੋ ਹੈ ਨਾ ਉਹ B ਦਾ 4 ਕਿਲੋਮੀਟਰ ਨਾਰਥ ਹੈ। B ਦਾ ਨਾਰਥ ਉੱਪਰ ਨੂੰ, ਨਾਰਥ ਕਿਸੇ ਦਾ ਵੀ ਹੋਵੇ ਉੱਪਰ ਨੂੰ ਹੀ ਹੁੰਦਾ ਹੈ ਨਾ, ਨਾਰਥ ਕਿਸੇ ਦਾ ਵੀ ਹੋਵੇ ਉੱਪਰ ਨੂੰ ਹੁੰਦਾ ਹੈ। ਆ ਲਓ ਜੀ ਮੈਂ 4 ਕਿਲੋਮੀਟਰ ਲਿਖ ਦਿੱਤਾ। ਔਰ ਕੌਣ ਹੈ ਇੱਥੇ? ਇੱਥੇ C ਬੈਠਾ ਹੈ। ਕਹਿੰਦਾ ਜਿਹੜਾ D ਹੈ ਨਾ ਉਹ C ਦਾ 12 ਕਿਲੋਮੀਟਰ ਸਾਊਥ ਹੈ। ਪਿਆਰੇ ਬੱਚੋ 12 ਕਿਲੋਮੀਟਰ ਸਾਊਥ ਕਿਹਾ ਗਿਆ ਹੈ। ਦੇਖੋ ਧਿਆਨ ਦੇਣਾ ਸਾਊਥ ਕਿਸੇ ਦਾ ਵੀ ਨੀਚੇ ਨੂੰ ਹੁੰਦਾ ਹੈ। ਜੇਕਰ ਮੈਂ ਦੇਖਾਂ ਤਾਂ 4 ਤਾਂ ਇਹ ਆਲਰੇਡੀ ਥੱਲੇ ਨੂੰ ਹੈ ਔਰ 8 ਲੈ ਜਾਂ ਥੱਲੇ ਨੂੰ। ਆ ਲਓ ਜੀ 8 ਮੈਂ ਥੱਲੇ ਨੂੰ ਲੈ ਗਿਆ ਜੀ। ਠੀਕ ਹੈ 8 ਕਿਲੋਮੀਟਰ। C D ਜੋ ਹੈ ਨਾ ਉਹ C ਦਾ 12 ਕਿਲੋਮੀਟਰ ਸਾਊਥ ਹੈ। ਤਾਂ ਇੱਥੇ ਆ ਗਿਆ ਜੀ D ਬੱਚੋ। ਠੀਕ ਹੈ ਬੇਟੇ ਜੋ D ਹੈ ਉਹ C ਦਾ 12 ਕਿਲੋਮੀਟਰ ਸਾਊਥ ਹੈ। 4 ਉੱਪਰ ਬੈਠਾ ਇੱਥੋਂ ਤੱਕ ਬੇਟੇ ਔਰ ਨੀਚੇ ਮੈਂ 8 ਔਰ ਲੈ ਗਿਆ ਬੱਚੇ। ਹੁਣ ਕੀ ਕਹਿੰਦਾ ਹੈ? ਕਹਿੰਦਾ ਦੱਸੋ DA ਤੋਂ ਕਿਹੜੀ ਦਿਸ਼ਾ ਵੱਲ ਹੈ ਅਤੇ ਕਿੰਨੀ ਦੂਰ ਹੋਵੇਗਾ। ਪਿਆਰੇ ਬੱਚੋ ਆਪਾਂ ਨੇ ਆਹ ਚੀਜ਼ ਫਾਈਂਡ ਕਰਨੀ ਹੈ। ਆਈ ਹੋਪ ਤੁਸੀਂ ਸਮਝ ਪਾਏ। 90 ਡਿਗਰੀ ਦਾ ਐਂਗਲ ਬਣਿਆ, ਪੈਥਾਗੋਰਮ ਥਿਓਰਮ ਤਿਆਰ ਹੈ ਆਪਣੀ। ਬਸ ਕਰਨਾ ਕੀ ਆਪਾਂ ਨੇ 8A ਹੈ 6A ਹੈ। 8 ਦਾ ਸਕੁਅਰ ਕਰੋ ਡੀਅਰ ਕਿੰਨਾ ਹੋ ਗਿਆ? 8 8 64। 6 ਦਾ ਸਕੁਅਰ ਕਰੋ ਕਿੰਨਾ ਹੋ ਗਿਆ ਡੀਅਰ? 36। 8 64 ਤੇ 36 ਕਿੰਨੇ ਹੋ ਗਏ ਬੱਚੋ? 100। ਅੰਡਰ ਰੂਟ ਕਰੋ ਤਾਂ ਕਿੰਨਾ ਆ ਗਿਆ ਰਾਜੇ? ਆ ਲਓ ਜੀ 10 ਕਿਲੋਮੀਟਰ ਆ ਗਿਆ। A ਤੋਂ D ਦੀ ਕਿੰਨੀ ਦੂਰੀ ਆਈ ਬੱਚੋ? 10 ਕਿਲੋਮੀਟਰ ਆ ਗਈ। ਉਮੀਦ ਕਰਦਾ ਇਹ ਚੀਜ਼ ਸਮਝ ਆਈ ਹੋਏਗੀ। ਬਟ ਮੇਰਾ ਹਜੇ ਕੁਐਸਚਨ ਹੋਇਆ ਨਹੀਂ ਹੈ। ਕਿਉਂ? ਕਿਉਂਕਿ ਉਹਨੇ ਇੱਕ ਔਰ ਚੀਜ਼ ਵੀ ਪੁੱਛੀ ਹੈ। ਜਿਹੜਾ D ਹੈ ਉਹ A ਤੋਂ ਕਿਹੜੀ ਦਿਸ਼ਾ ਵੱਲ ਹੈ? A ਤੋਂ ਦੇਖੋ ਤੋਂ ਕਿਹਦੇ ਨਾਲ ਲੱਗਿਆ ਹੈ? A ਦੇ ਨਾਲ। A ਤੇ ਰੱਖੋ ਤੀਰ ਕਮਾਨ ਔਰ ਛੱਡਣਾ ਕਿੱਧਰ ਹੈ? ਛੱਡਣਾ ਹੈ D ਵੱਲ ਬੱਚੋ। ਦੇਖੋ ਮੈਨੂੰ ਹੁਣ ਦੱਸੋ ਇਹ ਜਿਹੜਾ ਤੀਰ ਹੈ ਥੱਲੇ ਜਾ ਰਿਹਾ ਕਿ ਉੱਪਰ? ਸਰ ਥੱਲੇ ਜਾ ਰਿਹਾ ਹੈ। ਅਗਰ ਥੱਲੇ ਜਾ ਰਿਹਾ ਤਾਂ ਥੱਲੇ ਮਤਲਬ ਕੀ ਹੁੰਦਾ ਹੈ? ਸਾਊਥ। ਹੁਣ ਮੈਨੂੰ ਦੱਸੋ ਇਹ ਤੀਰ ਖੱਬੇ ਜਾ ਰਿਹਾ ਕਿ ਸੱਜੇ? ਸਰ ਇਹ ਖੱਬੇ ਵੱਲ ਨੂੰ ਜਾ ਰਿਹਾ ਹੈ ਔਰ ਖੱਬੇ ਵੱਲ ਕੀ ਹੁੰਦਾ ਹੈ ਪਿਆਰੇ ਬੱਚੋ? ਵੈਸਟ ਹੁੰਦਾ ਹੈ। ਤਾਂ 10 ਕਿਲੋਮੀਟਰ ਸਾਊਥ ਵੈਸਟ ਮੇਰਾ ਆਂਸਰ ਬਣ ਜਾਏਗਾ। ਮੈਂ ਉਮੀਦ ਕਰਦਾ ਤੁਸੀਂ ਇਹ ਕੁਐਸਚਨ ਨੂੰ ਬੈਟਰ ਸਮਝ ਪਾਏ ਹੋਵੋਗੇ, ਕਲੀਅਰ ਕਰ ਪਾਏ ਹੋਵੋਗੇ। ਤਾਂ ਮੇਰਾ ਆਂਸਰ ਆ ਗਿਆ 10 ਕਿਲੋਮੀਟਰ ਸਾਊਥ ਵੈਸਟ ਬੇਟੇ। ਆਈ ਹੋਪ ਹੁਣ ਤੁਸੀਂ ਇਸ ਤਰ੍ਹਾਂ ਦੇ ਕੁਐਸਚਨ ਕਰ ਲੋਗੇ ਬੇਟਾ ਜੀ। ਕਲੀਅਰ ਹੋਈ ਗੱਲ ਬੱਚੋ? ਆਓ ਡੀਅਰ ਅਗਲਾ ਕੁਐਸਚਨ ਕਰਦੇ ਹਾਂ ਔਰ ਅਗਲੇ ਕੁਐਸਚਨ ਦੇ ਨਾਲ ਹੀ ਕੁਝ ਚੀਜ਼ਾਂ ਨੂੰ ਆਪਾਂ ਸਮਝਦੇ ਹਾਂ ਬੱਚੋ। ਇੱਕ ਕੁਐਸਚਨ ਆਇਆ ਤੁਹਾਡੇ ਕੋਲ ਜੋ ਨੈਕਸਟ ਕੁਐਸਚਨ ਹੈ ਜੋ ਇੱਕ ਆਦਮੀ ਹੈ। ਹਾਂ ਇਸ ਕੁਐਸਚਨ ਨੂੰ ਕਰਵਾਉਣਾ ਮੇਰੀ ਜ਼ਿੰਮੇਵਾਰੀ ਕਾਰਨ ਇਹ ਹੈ ਕਿ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ। ਇਸ ਵਿੱਚ ਇੱਕ ਨਵਾਂ ਕਨਸੈਪਟ ਆਏਗਾ। ਪਹਿਲਾਂ ਉਸ ਨੂੰ ਦੇਖੋ ਔਰ ਫਿਰ ਇੱਕ ਕੁਐਸਚਨ ਮੈਂ ਤੁਹਾਨੂੰ ਦੇਵਾਂਗਾ ਜੋ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਆਨਸਰ ਦਿਓਗੇ। ਕਹਿੰਦਾ ਇੱਕ ਆਦਮੀ 1 ਕਿਲੋਮੀਟਰ ਈਸਟ ਵੱਲ ਚੱਲਦਾ ਹੈ। ਪਿਆਰੇ ਬੱਚੋ 1 ਕਿਲੋਮੀਟਰ ਈਸਟ ਕਿਸੇ ਦਾ ਵੀ ਹੋਵੇ, ਈਸਟ ਕਿਸੇ ਦਾ ਵੀ ਹੋਵੇ ਆਹ ਵਾਲੀ ਦਿਸ਼ਾ ਬਣੇਗੀ ਨਾ, ਈਸਟ ਕਿਸੇ ਦਾ ਵੀ ਹੋਵੇ 1 ਕਿਲੋਮੀਟਰ ਚੱਲਦਾ ਹੈ। ਆ ਲਓ ਜੀ ਆਪਾਂ ਲਿਖ ਦਿੱਤਾ ਹਾਂ। ਫਿਰ ਉਹ ਸਾਊਥ ਵੱਲ ਮੁੜਦਾ ਹੈ। ਸਾਊਥ ਬੇਟੇ ਸਭ ਦਾ ਇੱਕੋ ਹੀ ਹੈ, ਨੀਚੇ ਨੂੰ ਹੁੰਦਾ ਹੈ ਨਾ। ਕਿੰਨਾ ਚੱਲਦਾ ਪੁੱਤਰ ਸਾਊਥ ਨੂੰ? 5 ਕਿਲੋਮੀਟਰ ਚੱਲਦਾ ਹੈ। ਉਮੀਦ ਕਰਦਾ ਸਮਝ ਆ ਰਿਹਾ ਹੈ। ਫਿਰ ਉਹ ਈਸਟ ਵੱਲ ਮੁੜਦਾ। ਈਸਟ ਸਭ ਦਾ ਹੀ ਇੱਧਰ ਹੁੰਦਾ ਹੈ ਨਾ, ਈਸਟ ਦਾ ਹਮੇਸ਼ਾ ਸੱਜਾ ਹੱਥ ਹੁੰਦਾ ਹੈ। ਕਿੰਨਾ ਚੱਲਦਾ ਡੀਅਰ? 2 ਕਿਲੋਮੀਟਰ ਚੱਲਦਾ ਹੈ। ਠੀਕ ਹੈ ਬੱਚੋ। ਅੰਤ ਵਿੱਚ ਉਹ ਨਾਰਥ ਵੱਲ ਮੁੜਦਾ ਹੈ ਤੇ 9 ਕਿਲੋਮੀਟਰ ਚੱਲਦਾ ਹੈ। ਨਾਰਥ ਸਭ ਦਾ ਉੱਪਰ ਹੈ ਪੁੱਤਰ।
देखो कितना चलता है 9 किलोमीटर 5 आ रहा आ वाला जे मैं इथों देखा तो 5 ए रहा 4 ऊपर और चला देने मान लो इथों तक आ गया बेटे इस पॉइंट पे आ गया ਉਹ ਹੁਣ ਸਟਾਰਟਿੰਗ ਪੁਆਇੰਟ ਤੋਂ ਕਿੰਨਾ ਦੂਰ ਹੈ ਤੇ ਕਿਹੜੀ ਦਿਸ਼ਾ ਵੱਲ ਹੈ ਚਲੋ ਆਪਾਂ ਮੰਨ ਲੈਨੇ ਆ ਇਹ ਇਨਸਾਨ ਜੋ ਚੱਲਿਆ ਇਸ ਜਗ੍ਹਾ ਤੋਂ ਇਹ A ਜਗ੍ਹਾ ਹੈ ਔਰ ਇਹ ਇਨਸਾਨ ਜੋ ਪਹੁੰਚ ਗਿਆ B ਜਗ੍ਹਾ ਤੇ ਪਹੁੰਚ ਗਿਆ ਪੁੱਛਿਆ ਗਿਆ ਹੈ A ਤੋਂ B ਦੀ ਦੂਰੀ ਕਿੰਨੀ ਹੈ ਸਮਝ ਆ ਰਹੀ ਗੱਲ ਬੱਚੋ A ਤੋਂ B ਦੀ ਦੂਰੀ ਕਿੰਨੀ ਹੈ ਆਓ ਡੀਅਰ ਕਰਦੇ ਹਾਂ ਇਸ ਕੁਐਸਚਨ ਨੂੰ ਇਹ ਟੋਟਲ ਕਿੰਨਾ ਸੀ ਬੱਚੇ ਮੈਂ ਦੇਖਾਂ ਤਾਂ ਆ ਰਹੇਗੀ 5 ਚੀਜ਼ ਤਾਂ ਉੱਪਰ 4 ਕਿਲੋਮੀਟਰ ਹੈ पर नीचे 5 किलोमीटर क्योंकि 5 ये दोनों बराबर है देखो ये मेरे को की है प्यारे बच्चों जो देखा जाए तो ये बेस आ भी बेस है बेटे आधार कह सकता दोनों लाइनों नू ये परपेंडिकुलर है ये भी परपेंडिकुलर है प्यारे बच्चों करन आपने आ वाली कढ़नी है आ वाली चीज कढ़नी है मैं तुहानू एक गल समझाई सी प्यारे बच्चों कि जदों भी तुसी पैथागोन थॉर्म लाओगे ना तो 90 डिग्री का एंगल बनेगा 90 डिग्री का एंगल आ रहा बेटा इस जगह पे बनेगा क्यों क्योंकि 1 किलोमीटर दो आधार बन गए एक तो ए आधार है एक ए आधार है ये दोनों आधार जोड़ लो एक ते दो किन्ने हो गए बच्चों 3 हो गए 3 का स्केयर मैं सीधा लिख ला 9 हो गया आ कम तो अपना निबड़ गया कि जी 3 का स्केयर कितना आ गया 9 आ गया हुण अगली गल देखो ये 5 परपेंडिकुलर नीचे नू आया फिर 5 ऊपर नू गया बेटे जिन्ना नीचे नू गया ऊपर आ गया ये ओवरलैप कर गए दोनों पैरेलल हो गए ਜਿਹੜਾ ए वाले 5 ने ये दोनों कट देने हैं इथों तक तो बराबर होगी गल बेटे समझ आ रही गल और इस तो ऊपर कितना रह गया डियर 4 किलोमीटर परपेंडिकुलर तो 4 का स्केयर कर लेने 4 का स्केयर कितना होंगे बच्चों 16 होंगे 16 ते 9 किन्ने हो गए बच्चों 25 हो गए 25 का असं की करना है स्केयर रूट करना बेटे 25 किहदा परफेक्ट स्केयर है 5 का परफेक्ट स्केयर है तो मेरा आंसर आ गया ए तो बी की जो दूरी है डियर वो है 5 किलोमीटर होपसो समझ आई गल बेटा क्लियर हुई गल बेटा बट मेरा हजे आंसर पेंडिंग है एक चीज पेंडिंग है केड़ी दिशा वाल है उन्हें पूछा कि वो हुण स्टार्टिंग पॉइंट तो केड़ी दिशा वाल है ना तो किहदे नाल लगा है स्टार्टिंग पॉइंट दे नाल बस फिर तीर कमान इत्थे रखो और तीर छड्डो किधर बी वाल छड्ड दो तीर बेटा बी वाल तीर जा रहा था ऊपर जा रहा कि नीचे ऊपर जा रहा बिल्कुल बिल्कुल सही है जी नॉर्थ आ गया ऊपर नूं तां नॉर्थ मनदे आ सज्जे जा रहा है कि खब्बे जा रहा है ये चीज नूं चेक करो डियर सज्जे के खब्बे बेटा इट मीन जे सज्जे जा रहा है सज्जे केड़ी पासा हुंदा है सज्जे हुंदा है अपना ईस्ट पासा आ लो जी आंसर की आएगा 5 किलोमीटर नॉर्थ ईस्ट मेरा आंसर आ गया तो प्यारे बच्चों इस क्वेश्चन दे विच नवां कंसैप्ट की सी नवां कंसैप्ट ये है जेकर तुहानू दो आधार अलग अलग मिल जाए जिवें एक ए आधार सी एक फिर इधर नूं चलिया ਤਾਂ ਇਹਨਾਂ ਨੂੰ ਅਸੀਂ ਜੋੜਾਂਗੇ ਜੇ ਇਹੀ ਆਧਾਰ ਵਾਪਸ ਆਂਦਾ ਜੇਕਰ ਇਹੀ ਆਧਾਰ ਵਾਪਸ ਆਂਦਾ ਤਾਂ ਅਸੀਂ ਪਿਆਰੇ ਬੱਚੋ ਮਾਈਨਸ ਕਰਦੇ ਹਾਂ ਮੈਂ ਇਸ ਨੂੰ ਇੱਕ ਨਵੀਂ ਸਲਾਈਡ ਤੇ ਤੁਹਾਨੂੰ ਸਮਝਾ ਦੇਣਾ ਤਾਂ ਕਿ ਤੁਹਾਡਾ ਕਿਸੇ ਤਰ੍ਹਾਂ ਦਾ ਵੀ ਇਸ ਪ੍ਰਤੀ ਡਾਊਟ ਨਾ ਰਹੇ ਬੱਚੋ ਸਮਝੋ ਮੇਰੀ ਗੱਲ ਨੂੰ ਦੇਖੋ ਜੇਕਰ ਕੋਈ ਇਨਸਾਨ ਜੇਕਰ ਆਪਾਂ ਦੇਖੀਏ ਇੱਕ ਮਿੰਟ ਪੈਨਸਲ ओपन कर लेने दो बच्चों हाँ हाँ जी बच्चों देखो जेकर मैं कमा एक परसन 5 किलोमीटर थले आया फिर इधर चलिया जिमें ये 5 किलोमीटर थले आया फिर 2 किलोमीटर इधर आया और फिर 5 किलोमीटर ही ऊपर चला गया 5 किलोमीटर ही ऊपर चला गया बच्चों जिन्ना ऊपर थले आया सी उन्ना ही ऊपर चला गया तो आह परपेंडिकुलर ये भी परपेंडिकुलर है ये भी परपेंडिकुलर है तो ये दोनों आपस में कट्टे जाएंगे तो मेरे को परपेंडिकुलर ही बच्चा कली दूरी कितनी बच जाएगी आह 2 किलोमीटर की दूरी बच जाएगी समझ आ रही गल बेटा अगर यही चीज इस तरह होंगी एक बंदा पहला 5 किलोमीटर थले आया फिर 2 किलोमीटर इधर चलिया बच्चों और फिर 5 किलोमीटर थले चला गया तो चेक करो ओवरलैप तो नहीं होया 5 ए चलिया 5 ए चलिया तो हुण परपेंडिकुलर जुड़ जाएगा बेटे हुण परपेंडिकुलर की बन जाएगा 10 बन जाएगा उम्मीद करदा मैं समझा पाया जिमें जिमें जिहड़ा परपेंडिकुलर जां आधार है मान लो हुण जिमें ए आधार सी 5 इधर गया फिर 2 नीचे आया फिर वापस आ जाता है जिमें 2 किलोमीटर ए चलिया फिर 3 किलोमीटर थले आया फिर 2 किलोमीटर इधर आ गया बच्चों इधरों शुरू की यात्रा 3 किलोमीटर फिर 2 इधर आ गया देखो 2 गया सी एनू 2 ही वापस आ गया तो ये आधार आपस में कट्टे जाएंगे बच्चों तो इको एक ही बचेगा मेरे को परपेंडिकुलर तो जेड़ी चीज डबल हो जाती है ना
इस तरीके नाल डबल ओवरलैप कर जाती है। तो ये वाली लाइनां जो पैरेलल होंदियां असीं कट देने आ, जो ऊपर वाली एक्स्ट्रा लेंथ बनेगी ਉਹੀ साडा परपेंडिकुलर कंसीडर होएगा। उम्मीद करना ਤੁਹਾਨੂੰ ਇਹ क्वेश्चन समझ आया होएगा और ये कंसैप्ट भी क्लियर होया होएगा। प्यारे बच्चों, नेक्स्ट क्वेश्चन ये है, ये क्वेश्चन का आंसर तुसी मैनू खुद दोगे। मैं इस क्वेश्चन नू जस्ट ड्रा करके रखांगा, आंसर तुसी लिखोगे। कहना विनय अपने घर तो किधर चलदा है 80 मीटर नॉर्थ। बेटे नॉर्थ सब दा ऊपर हुंदा है ना, आ लो जी 80 मीटर ऊपर नू चला गया। फिर वो सज्जे मुड़दा, सज्जा सब नू पता ईस्ट हुंदा, कितना प्यारे बच्चों 30 मीटर ओह ईस्ट मुड़दा है बच्चों। एक बार फिर वो सज्जे मुड़दा, तो सज्जा मतलब नीचे नू आएगा और कितना चलेगा डियर 40 मीटर चलेगा। ठीक है बच्चों, वो कहना वो अपने घर तो कितना दूर है। बस जिमें मान लो ये ए पॉइंट तो शुरू की उसने यात्रा बेटे, और ए बी पॉइंट ते उसने यात्रा रोक दी। मैं तो हुणे हुणे एक कंसैप्ट समझा के गया, आ भी परपेंडिकुलर है, आ भी परपेंडिकुलर है, और ए बेस है बच्चों। बेस एक ही है, परपेंडिकुलर दो ने, बट दो जिन्ना गया सी ਉਹਦੇ ਵਿੱਚੋਂ ਅੱਧਾ ਵਾਪਸ ਆ ਗਿਆ। ਉਹ ਤੁਸੀਂ ਦੱਸਣਾ ਮਾਈਨਸ ਕਰਾਂ ਜਾਂ ਨਾ ਕਰਾਂ ਬੱਚੋ, ਔਰ ਤੁਸੀਂ ਮੈਨੂੰ ਇਹਦਾ ਆਨਸਰ ਦੋਗੇ ਇਸ क्वेश्चन ਦਾ 6th क्वेश्चन ਦਾ ਕਮੈਂਟ ਸੈਕਸ਼ਨ ਦੇ ਵਿੱਚ। ਮੈਂ ਸਭ ਦਾ ਰਿਪਲਾਈ ਵੀ ਕਰਾਂਗਾ ਬੱਚੋ, ਔਰ ਟੋਟਲ ਸਹੀ ਆਨਸਰ ਵੀ ਤੁਹਾਨੂੰ ਦੱਸ ਦਾਂਗਾ ਪਿਆਰੇ ਬੱਚੋ ਕਿ A ਤੋਂ B ਦੀ ਘੱਟੋ ਘੱਟ ਕਿੰਨੀ ਦੂਰੀ ਹੈ। ਤਾਂ ਮੇਰੇ ਕੋਲ ਆਲਰੇਡੀ 5 ਆਪਸ਼ਨ ਨੇ, ਜੋ ਵੀ ਆਪਸ਼ਨ ਹੋਏਗਾ ਤੁਸੀਂ ਮੈਨੂੰ ਜਾਂ ਫਿਰ ਆਨਸਰ ਨੂੰ ਤੁਸੀਂ ਲਿਖ ਕੇ ਕਮੈਂਟ ਸੈਕਸ਼ਨ ਵਿੱਚ ਸੈਂਡ ਕਰੋਗੇ ਡੀਅਰ। आओ प्यारे बच्चों, आई थिंक ये तुहानू कंसैप्ट समझ आया होगा। अगले क्वेश्चन वाल वधदे हैं और अगला क्वेश्चन करते हैं बच्चों। एक आदमी 5 किलोमीटर ईस्ट वाल चलता है। हुण अगले क्वेश्चन पे आगे प्यारे बच्चों, क्वेश्चन नू समझना, मैं यही कंसैप्ट नू थोड़ा और एलोबरेट कर रहा कि तुहानू डबल परपेंडिकुलर या फिर बेस दे विच कोई प्रॉब्लम ना आए। एक आदमी कितना चलता डियर 5 किलोमीटर, किधर चलता है प्यारे बच्चों, ईस्ट सब दा कॉमन है, ये 5 किलोमीटर चल गया बच्चों। ऑप्शन समझ आ रही गल। फिर वो साउथ मुड़दा है, साउथ सब दा कॉमन थल्ले हुंदा है ना, और कितना चलदा है बच्चों 5 किलोमीटर चलदा है। और अंत विच वो खब्बे मुड़दा है। खब्बा किधर होएगा, खब्बा होएगा एंटी क्लॉक डियर, कि क्लॉकवाइज सुनो एंटी क्लॉकवाइज बेटा, एंटी क्लॉकवाइज की होएगा फिर देखा जाए तो खब्बा केड़ी दिशा वाल हो सकता है, बड़े ध्यान नाल देखना। फाइनली ही टर्न इज द लेफ्ट बेटा, और लेफ्ट मुड़दा है तो लेफ्ट आपां नूं किधर करांगे बेटा, लेफ्ट बनांगे आ वाली साइड बेटे। कितना चलेगा डियर 7 किलोमीटर चलेगा। उम्मीद करदा चीज समझ आ रही होगी। कहना जी स्टार्टिंग पॉइंट तो कितना दूर है पुत्र, आ वाला स्टार्टिंग पॉइंट सी, ए तो शुरू की यात्रा बी ते पहुंच गया बच्चों। आपां ने आ वाली चीज फाइंड करनी है, हाँ दूरी कितनी होगी इसकी बेटे, आ चीज दसनी है। तो चेक किया जाए तो अपने को आंसर की बन सकता है वो देखते हैं बच्चों। मेरे को आ लाइन जो है ए बेस है, मेरे को आ भी लाइन बेस है, दोनों बेस अलग अलग ने, तो दोनों नू जोड़ांगा। दोनों नू जोड़िया तो कितना हो सकता है डियर, ये 7 ते 5 कितना हो गया डियर 12 हो गया। 12 का स्केयर सब नू होंदा है 144 ही होंदा है ना 12 का स्केयर। और ये अपने को बेस कितना बचा बच्चों 5 बेटा, 5 का मतलब 25 बेटे। 144 प्लस 25 कितने हो गए डियर 169 आई थिंक है ना, 169 हो गए। अच्छा 169 का अंडर रूट कर देना, एक किहदा स्केयर है बेटा, परफेक्ट 13 का स्केयर है बेटे। समझ आ रही गल बच्चों, अगर ये 13 का स्केयर है तो देखो फिर ए तो बी की कितनी दूरी है, ए तो बी की दूरी है 13 किलोमीटर। आ रहा समझ। उसने और की पूछा, दिशा भी पूछी है। स्टार्टिंग पॉइंट तो किहदे नाल लग्या, स्टार्टिंग पॉइंट नाल। तीर छड्डो स्टार्टिंग पॉइंट तो किधर नू छड्डना है, बी वाल छड्डना है। पहला तो मैनू ये दसो ये तीर ऊपर जा रहा है कि नीचे, नीचे जा रहा है सर, तो नीचे की हुंदा है साउथ। हुण दसो सज्जे जा रहा है कि खब्बे, सर ये केड़ी दिशा वाल जा रहा है तीर, ये जा रहा है प्यारे बच्चों सज्जे पासे तीर। तो आंसर की बनेगा, सज्जा पासा केड़ा हुंदा है ईस्ट, तो आंसर की बन गया 13 किलोमीटर साउथ ईस्ट। उम्मीद करदा ये क्वेश्चन तुहानू समझ आया होगा। आओ बच्चों नेक्स्ट क्वेश्चन ਨੂੰ ਲੈਂਦੇ ਹਾਂ और कंसैप्ट सीखते हैं बच्चों। प्यारे बच्चों इस क्वेश्चन ਦੇ ਵਿੱਚ मैं ਤੁਹਾਨੂੰ ਇੱਕ ਨਵਾਂ कंसैप्ट ਸਿਖਾਉਣ ਜਾ ਰਿਹਾ ਹਾਂ। ਇਹ क्वेश्चन जो है थोड़ा जा पिछले जो क्वेश्चन है उस तो टाइप तो अलग है। हुण अगले 2-3 जो टॉपिक रह गए बेटा डिस्टेंस एंड डायरेक्शन दे, वो सारे मैं हुण डिस्कशन च करांगा, क्योंकि ये अपना डिस्टेंस एंड डायरेक्शन दी लास्ट वीडियो होएगी बेटे इस चैप्टर ਨੂੰ ਲੈ ਕੇ। हाउ डियर की कहता है, ध्यान नाल पढ़ो। कहता जे साउथ ईस्ट नॉर्थ बन जाए, जे साउथ ईस्ट की बन जाए नॉर्थ बन जाए। चलो आप एक बार ड्रा कर लेने, सानू ये चीज समझ आ जाए। आ रहा अपने को नॉर्थ
एक्चुअल ਦੇ ਵਿੱਚ ਇਹ ਸਾਊਥ ਆ ਰਿਹਾ ਪਿਆਰੇ ਬੱਚੋ, ਈਸਟ ਆ ਰਿਹਾ ਆਪਣੇ ਕੋਲ ਵੈਸਟ। ਆ ਕੀ ਬਣ ਗਿਆ ਸੀ, ਨਾਰਥ ਈਸਟ ਪਿਆਰੇ ਬੱਚੋ। ਔਰ ਇਹ ਕੀ ਬਣ ਗਿਆ, ਇਹ ਬਣ ਗਿਆ ਸਾਊਥ ਈਸਟ ਬੱਚੋ। ਇਹ ਕੀ ਬਣ ਗਿਆ ਆਪਣੇ ਕੋਲ, ਸਾਊਥ ਵੈਸਟ। और डियर ये की बन गया, नॉर्थ वेस्ट बेटे। उसने क्या किया है, ਹੁਣ ਉਹਦੇ ਅਨੁਸਾਰ ਚੱਲਾਂਗੇ। ਮੈਂ ਥੋੜਾ ਪੈਨਸਲ ਦਾ ਕਲਰ ਚੇਂਜ ਕਰਾਂ ਤਾਂ ਕਿ ਤੁਹਾਨੂੰ ਕਨਫਿਊਜ਼ਨ ਨਾ ਹੋਵੇ ਕੁਐਸਚਨ ਨੂੰ ਸਮਝਣ ਦੇ ਵਿੱਚ। ਕਹਿੰਦਾ ਜੇ ਸਾਊਥ ਈਸਟ ਨਾਰਥ ਬਣ ਜਾਵੇ, ਆ ਜਿਹੜੀ ਚੀਜ਼ ਹੈ ਇਹਨੂੰ ਕੀ ਬਣਾਉਣਾ ਹੈ, ਇਹਨੂੰ ਬਣਾਉਣਾ ਹੈ ਨਾਰਥ। ਉਪਸੋ ਸਮਝ ਆ ਰਹੀ ਗੱਲ ਬੇਟਾ, ਇਸ ਨੂੰ ਕੀ ਬਣਾਉਣਾ ਹੈ, ਨਾਰਥ ਬਣਾਉਣਾ ਹੈ। ਜੇਕਰ ਇਹ ਨਾਰਥ ਹੋਏਗਾ ਤਾਂ ਮੈਨੂੰ ਦੱਸੋ ਇਹਦੇ ਆਪੋजिट ਕੀ ਹੋਏਗਾ ਪਿਆਰੇ ਬੱਚੋ, ਇਹਦੇ ਆਪੋजिट ऑब्वियसली ਆਪਣੇ ਕੋਲ ਸਾਊਥ ਆਏਗਾ। ਆ ਰਹੀ ਗੱਲ ਸਮਝ ਬੇਟਾ, ਕਲੀਅਰ ਹੋ ਰਹੀ ਗੱਲ ਬੇਟਾ, ਠੀਕ ਹੈ ਜੀ। ਅੱਗੇ ਕੀ ਕਹਿੰਦਾ ਹੈ, ਨਾਰਥ ਈਸਟ ਵੈਸਟ ਬਣ ਜਾਏ। ਨਾਰਥ ਈਸਟ ਕਿਹੜਾ ਹੈ, ਆ ਰਿਹਾ, ਇਹਨੂੰ ਕੀ ਬਣਾ ਦਿਓ ਬੱਚੇ, ਇਹਨੂੰ ਬਣਾ ਦਿਓ ਵੈਸਟ ਬੇਟਾ। ਅਗਰ ਇਹ ਵੈਸਟ ਬਣ ਗਿਆ ਤਾਂ ਕਹਿੰਦਾ ਇਹ ਪ੍ਰਚਲਨ ਲਗਾਤਾਰ ਚਲੇ। ਪ੍ਰਚਲਨ ਦਾ ਮਤਲਬ ਜੇ ਇਹ ਵੈਸਟ ਹੈ ਤਾਂ ਇਹਨੂੰ ਕੀ ਲਿਖੋ ਬੇਟੇ, ਇਸ ਵਾਲੀ ਜਗ੍ਹਾ ਨੂੰ ਇਹਨੂੰ ਲਿਖ ਦਿਓ ਈਸਟ ਬੇਟਾ। ਸਮਝ ਆ ਰਹੀ ਗੱਲ ਬੇਟਾ, ਕਲੀਅਰ ਹੋ ਰਹੀ ਗੱਲ ਬੇਟਾ। ਕਈ ਵਾਰੀ ਇਸ ਤਰ੍ਹਾਂ ਦੇ ਕੁਐਸਚਨ ਪੁੱਛਦਾ ਹੈ ਸਾਡੇ ਕੋਲੋਂ। ਔਰ ਪੁੱਛਿਆ ਕੀ ਗਿਆ, ਕਹਿੰਦਾ ਓਰੀਜਨਲ ਵੈਸਟ ਕਿਸ ਵੱਲ ਹੋਵੇਗੀ, ਸ਼ਾਇਦ ਇਸ ਤਰ੍ਹਾਂ ਕਹਿਣਾ ਸੀ, ਓਰੀਜਨਲ ਵੈਸਟ ਵੱਲ ਕੀ ਹੋਵੇਗਾ। ਠੀਕ ਹੈ, ਓਰੀਜਨਲ ਵੈਸਟ ਵੱਲ ਕੀ ਹੋਵੇਗਾ। ਕਹਿੰਦੇ ਬੱਚੋ ਓਰੀਜਨਲ ਵੈਸਟ ਕੀ ਹੈ, ਓਰੀਜਨਲ ਵੈਸਟ ਤਾਂ ਇਹ ਹੈ। ਹੁਣ ਇੱਥੇ ਕੀ ਹੋਵੇਗਾ, ਜੇ ਉੱਪਰ ਸਾਊਥ ਹੈ ਨੀਚੇ ਈਸਟ ਹੈ ਤਾਂ ਇਹ ਦਿਸ਼ਾ ਕਿਹੜੀ ਹੋਏਗੀ, ਇਹ ਦਿਸ਼ਾ ਹੋਏਗੀ ਸਾਊਥ ਈਸਟ ਬੱਚੇ। ਉਮੀਦ ਕਰਦਾ ਇਹ ਚੀਜ਼ ਤੁਹਾਨੂੰ ਸਮਝ ਆਈ ਹੋਏਗੀ। ਜੇਕਰ ਉੱਪਰ ਸਾਊਥ ਹੈ ਨੀਚੇ ਈਸਟ ਹੈ, ਦੇਖੋ ਜੇਕਰ ਉੱਪਰ, ਜੇਕਰ ਆ ਸਾਊਥ ਹੈ ਔਰ ਇਹ ਈਸਟ ਹੈ, ਇਹਦੇ ਵਿਚਾਲੇ ਕਿਹੜੀ ਦਿਸ਼ਾ ਬਣਦੀ ਹੈ, ਸਾਊਥ ਈਸਟ। ਬਟ ਆਪਾਂ ਤਾਂ ਡਾਇਰੈਕਸ਼ਨ ਚੇਂਜ ਕਰਤੀ ਹੈ ਨਾ। ਹੁਣ ਇੱਥੇ ਕੀ ਹੈ, ਇੱਥੇ ਈਸਟ ਹੈ ਪਿਆਰੇ ਬੱਚੋ, ਔਰ ਇਸ ਜਗ੍ਹਾ ਤੇ ਕੀ ਹੈ, ਇਸ ਜਗ੍ਹਾ ਤੇ ਸਾਊਥ ਹੈ। ਤਾਂ ਇਹਨਾਂ ਦੋਨਾਂ ਦੇ ਵਿਚਾਲੇ ਕਿਹੜੀ ਦਿਸ਼ਾ ਹੋਏਗੀ ਪਿਆਰੇ ਬੱਚੋ, ਸਾਊਥ ਈਸਟ ਬੇਟੇ। ਮੇਰਾ ਜੋ ਆंसर ਆਏਗਾ ਉਹ ਹੈ ਸਾਊਥ ਈਸਟ। ਉਮੀਦ ਕਰਦਾ ਤੁਹਾਨੂੰ ਇਹ ਚੀਜ਼ ਸਮਝ ਆਈ ਹੋਵੇਗੀ ਡੀਅਰ। ਆਓ ਡੀਅਰ, ਮੈਂ ਹੁਣ ਕੁਝ ਨਵਾਂ ਕਨਸੈਪਟ ਸਿਖਾਉਣ ਜਾ ਰਿਹਾ ਹਾਂ। ਔਰ ਹੁਣ ਟਾਈਪ ਨੰਬਰ ਆਪਾਂ आई थिंक 5th नहीं ਜਾਂ 6th टाइप ਤੇ ਆਪਾਂ ਪਹੁੰਚਣ ਜਾ ਰਹੇ ਹਾਂ। ਖੈਰ 6th टाइप ਆਏਗਾ ਇਹ ਆਪਣਾ, ਕਿਉਂਕਿ ਇਸ ਤੋਂ ਪਹਿਲਾਂ ਆਪਾਂ 3 ਆਲਰੇਡੀ ਵੀਡੀਓ ਚ ਕਰ ਗਏ, 2 ਅੱਜ ਮੈਂ ਟਾਈਪ ਤੁਹਾਨੂੰ ਕਰਵਾ ਚੁੱਕਿਆ। ਦਿਸ ਵਨ ਇਜ਼ ਦਾ ਟਾਈਪ ਆਫ ਦਾ 6। ਕੁਐਸਚਨ ਨੂੰ ਪੜੋ ਬੜੇ ਆਰਾਮ ਨਾਲ, ਇੰਟਰਸਟਿੰਗ ਕੁਐਸਚਨ ਹੈ ਔਰ ਇਹਦੇ ਵੀ ਬੇਸਿਕ ਕਨਸੈਪਟ ਹੋਣਗੇ, ਉਹ ਸਮਝਾਂਗੇ ਪਿਆਰੇ ਬੱਚੋ ਆਪਾਂ। ਕਹਿੰਦਾ ਜੇਕਰ ਇੱਕ ਵਿਅਕਤੀ ਯੋਗਾ ਕਰ ਰਿਹਾ ਸੀ ਜਾਂ ਇੱਕ ਸਵੇਰ ਇੱਕ ਵਿਅਕਤੀ ਯੋਗਾ ਕਰ ਰਿਹਾ ਸੀ, ਉਸ ਸਮੇਂ ਉਸਦਾ ਸਿਰ ਨੀਚੇ ਤੇ ਪੈਰ ਉੱਪਰ ਸਨ। ਉਹ ਜਿਵੇਂ ਰਾਮਦੇਵ ਯੋਗਾ ਕਰਦਾ ਹੈ ਤਾਂ ਆਪਾਂ ਕਹਿ ਸਕਦੇ ਹਾਂ ਸ਼ੀਰਸ਼ ਆਸਨ ਕਰ ਰਿਹਾ ਸੀ, ਹੈ ਨਾ ਡੀਅਰ। ਓਕੇ, ਕੀ ਕਿਹਾ ਗਿਆ, ਜੇਕਰ ਉਸ ਸਮੇਂ ਉਸਦਾ ਸਿਰ ਵੈਸਟ ਵੱਲ ਹੋਵੇ, ਜਦੋਂ ਉਹ ਯੋਗਾ ਕਰਕੇ ਨੀਚੇ ਸਿਰ ਸੀ ਤਾਂ ਉਸਦਾ ਸਿਰ ਵੈਸਟ ਵੱਲ ਹੋਵੇ ਤਾਂ ਉਸਦਾ ਖੱਬਾ ਹੱਥ ਕਿਸ ਦਿਸ਼ਾ ਵੱਲ ਹੋਵੇਗਾ। ਆਪਣੇ ਤੋਂ ਇਹ ਕੁਐਸਚਨ ਪੁੱਟ ਕੀਤਾ ਗਿਆ ਪਿਆਰੇ ਬੱਚੋ। ਆਓ ਆਪਾਂ ਕੁਝ ਬੇਸਿਕ ਕਨਸੈਪਟ ਸਮਝ ਲਈਏ ਪਹਿਲਾਂ ਇਸ ਤਰ੍ਹਾਂ ਦੇ ਕੁਐਸਚਨ ਨੂੰ ਕਰਨ ਦੇ ਲਈ। ਮੈਨੂੰ ਇੱਕ ਗੱਲ ਦੱਸੋ ਪਿਆਰੇ ਬੱਚੋ, ਜੇਕਰ ਕਿਸੇ ਬੰਦੇ ਦਾ ਫੇਸ, ਜੇਕਰ ਕਿਸੇ ਵੀ ਇਨਸਾਨ ਦਾ ਫੇਸ ਨਾਰਥ ਹੈ, ਕਿਸੇ ਵੀ ਇਨਸਾਨ ਦਾ ਫੇਸ ਨਾਰਥ ਹੈ ਤਾਂ ਉਹਦਾ ਰਾਈਟ ਹੈਂਡ ਕਿੱਧਰ ਹੋਵੇਗਾ। ਉਮੀਦ ਕਰਦਾ ਤੁਹਾਨੂੰ ਰਾਈਟ ਹੈਂਡ ਪਤਾ ਹੈ। ਰਾਈਟ ਹੈਂਡ ਕਿੱਧਰ ਹੋ ਸਕਦਾ, ਈਸਟ ਵਾਲੀ ਸਾਈਡ। ਜਾਂ ਨਾਰਥ ਹੈ ਤਾਂ ਮੈਂ ਇਸ ਨੂੰ ਲੈਫਟ ਕਹਿ ਸਕਦਾ ਔਰ ਇਸ ਨੂੰ ਰਾਈਟ ਕਹਿ ਸਕਦਾ। ਤਾਂ ਜੋ ਉਸ ਪਰਸਨ ਦਾ ਰਾਈਟ ਹੈਂਡ ਹੈ ਉਹ ਕਿਹੜੀ ਦਿਸ਼ਾ ਵੱਲ ਹੋਏਗਾ ਬੱਚੋ, ਰਾਈਟ ਹੈਂਡ ਕਿਹੜੀ ਦਿਸ਼ਾ ਵੱਲ ਹੋ ਸਕਦਾ ਹੈ, ਤਾਂ ਰਾਈਟ ਹੈਂਡ ਹੋਏਗਾ ਡੀਅਰ 90 डिग्री क्लॉकवाइज। राइट हैंड केड़ी दिशा वाल होएगा प्यारे बच्चों, 90 डिग्री क्लॉकवाइज। तो 90 डिग्री क्लॉकवाइज की होएगा प्यारे बच्चों, ईस्ट होएगा। बेसिक कंसेप्ट है, एक बार समझो उस क्वेश्चन के बाद भी समझो। उसी इंसान का जेकर फेस नॉर्थ वाला है तो ਉਹਦਾ ਖੱਬਾ ਹੱਥ बेटे, खब्बा हाथ बेटे एंटी क्लॉकवाइज होएगा। कितना प्यारे बच्चों, 90 डिग्री एंटी क्लॉकवाइज। और 90 डिग्री एंटी क्लॉकवाइज नॉर्थ वाली बंदा कोई फेस करके खड़ा है तो कौन होएगा, केड़ी दिशा होएगी डियर, वैस्ट होएगी। उम्मीद करदा ये चीज तुहानू समझ आई बेटा, क्लियर होई गल बेटा। हुण इस चीज नू प्रैक्टिकल समझो। कोई भी इंसान अगर नॉर्थ वाल फेस करके खड़ा है, अगर वो सिर नीचे कर लेंदा है तो की ओदा लेफ्ट राइट बदल जाएगा, नहीं प्यारे बच्चों। सुनना मेरी गल नू बड़े ध्यान दे नाल। एक इंसान जो ऊपर ਨੂੰ ਚਿਹਰਾ ਕਰਕੇ ਖੜਾ ਹੈ, ਅਗਰ ਉਹ ਚਿਹਰਾ ਨੀਚੇ ਕਰ ਲੈਂਦਾ ਹੈ ਤਾਂ ਉਹਦਾ ਲੈਫਟ ਰਾਈਟ ਤਾਂ ਸੇਮ ਰਹੇਗਾ ਪਿਆਰੇ ਬੱਚੋ। ਉਹਦਾ ਜੋ ਲੈਫਟ ਰਾਈਟ ਹੈ ਨਾ ਉਹ ਚੇਂਜ ਨਹੀਂ ਹੋਏਗਾ ਬੱਚੋ। ਉਮੀਦ ਕਰਦਾ ਇਹ ਚੀਜ਼ ਸਮਝ ਆ ਰਹੀ ਹੋਏਗੀ। ਓਨਲੀ ਫੇਸ ਚੇਂਜ ਹੁੰਦਾ ਹੈ ਔਰ ਫੇਸ ਕਿੱਧਰ ਚਲਾ ਜਾਂਦਾ ਹੈ, ਆਪੋजिट दिशा ਵੱਲ ਚਲਾ ਜਾਂਦਾ ਹੈ।
ਮੈਂ ਇੱਥੇ ਕਰ ਨਹੀਂ ਸਕਦਾ, ਜੇ ਤੁਸੀਂ ਟਰਾਈ ਕਰਿਓ ਘਰੇ ਬੇਟਾ ਉਸ ਚੀਜ਼ ਨੂੰ ਕਰਨ ਦੀ, ਤੁਹਾਨੂੰ ਸਮਝ ਵੀ ਆ ਜਾਏਗਾ ਕਿ ਇਨਸਾਨ ਜੇ ਨਾਰਥ ਵੱਲ ਖੜਾ ਹੈ ਸਿੱਧਾ, ਜੇਕਰ ਉਹ ਨੀਚੇ ਸਿਰ ਕਰ ਲੈਂਦਾ ਤਾਂ ਉਹਦਾ ਫੇਸ ਕਿੱਧਰ ਹੋ ਜਾਏਗਾ ਪਿਆਰੇ ਬੱਚੋ, ਸਾਊਥ ਹੋ ਜਾਏਗਾ। ਬਟ ਉਹਦਾ ਖੱਬਾ ਤੇ ਸੱਜਾ ਹੱਥ ਨਹੀਂ ਬਦਲੇਗਾ, ਉਹ ਸੇਮ ਰਹੇਗਾ। ਉਮੀਦ ਕਰਦਾ ਇਹ ਚੀਜ਼ ਤੁਹਾਨੂੰ ਸਮਝ ਆ ਰਹੀ ਹੋਵੇਗੀ। ਕਲੀਅਰ ਹੋ ਰਹੀ ਗੱਲ ਬੇਟਾ? ਠੀਕ ਹੈ, ਹੁਣ ਚੀਜ਼ ਨੂੰ ਸਮਝੋ ਬੇਟਾ। ਉਸਨੇ ਕਿਹਾ ਕੀ ਹੈ ਆਪਾਂ ਨੂੰ, ਉਸ ਚੀਜ਼ ਨੂੰ ਸਮਝ ਕੇ ਉਸ ਦੇ ਅਨੁਸਾਰ ਚੱਲਦੇ ਹਾਂ। ਅਸੀਂ ਇੰਨੀ ਗੱਲ ਦਿਮਾਗ 'ਚ ਰੱਖਣੀ ਹੈ ਕਿ ਜਦੋਂ ਕੋਈ ਇਨਸਾਨ ਸਿੱਧਾ ਖੜਾ ਹੈ, ਅਗਰ ਉਹ ਆਪਣਾ ਸਿਰ ਨੀਚੇ ਕਰ ਲੈਂਦਾ ਹੈ ਤਾਂ ਜਿਹੜੀ ਵੀ ਦਿਸ਼ਾ ਵੱਲ ਖੜਾ ਹੈ, ਜੇ ਉਹ ਨਾਰਥ ਵੱਲ ਖੜਾ ਹੈ ਤਾਂ ਉਹਦਾ ਜਿਹੜਾ ਫੇਸ ਹੈ ਪਿਆਰੇ ਬੱਚੋ ਉਹ ਸਾਊਥ ਹੋ ਜਾਏਗਾ। ਬਟ ਉਹਦਾ ਲੈਫਟ ਤੇ ਰਾਈਟ ਨਹੀਂ ਬਦਲੇਗਾ, ਉਹ ਐਜ਼ ਇਟ ਇਜ਼ ਰਹੇਗਾ, ਕਿਉਂਕਿ ਉਸਨੇ ਪੈਰ ਉੱਪਰ ਕਰ ਲੈਣੇ ਪਿਆਰੇ ਬੱਚੋ, ਹੈਂਡ ਉਹਦੇ ਸੇਮ ਪੋਜੀਸ਼ਨ ਤੇ ਹੀ ਰਹਿਣਗੇ। ਉਮੀਦ ਕਰਦਾ ਇਹ ਚੀਜ਼ ਸਮਝ ਆਈ। ਜੇਕਰ ਕੋਈ ਈਸਟ ਵੱਲ ਖੜਾ ਹੈ ਤਾਂ ਪਿਆਰੇ ਬੱਚੋ ਉਹਦਾ ਫੇਸ ਕਿੱਧਰ ਚਲਾ ਜਾਏਗਾ, ਉਹਦਾ ਫੇਸ ਵੈਸਟ ਵੱਲ। ਓਨਲੀ ਫੇਸ ਚੇਂਜ ਹੋਏਗਾ डियर, लेफ्ट एंड राइट चेंज नहीं होएगा। क्लियर हो रही गल बेटा? लेफ्ट एंड राइट का ਉਹਦਾ सेम रहेगा। होपसो इन्नी गल समझ आई बेटा। और ਹੁਣ तक ਅਸੀਂ ਕੀ ਸਿੱਖਿਆ? 90 डिग्री क्लॉकवाइज राइट हैंड ਹੁੰਦਾ ਹੈ, 90 डिग्री ਲੈਫਟ ਜਾਂ ਐਂਟੀ क्लॉकवाइज ਬੇਟੇ ਕਿਹੜਾ? ਲੈਫਟ हैंड ਹੁੰਦਾ ਹੈ ਬੱਚੋ। ਇੰਨੀ ਗੱਲ ਤੁਹਾਨੂੰ ਸਮਝ ਆਈ ਹੋਏਗੀ। आओ इस क्वेश्चन ਨੂੰ ਕਰਦੇ ਹਾਂ। मैं एक बार इस ਤੇ स्ट्रोक चला ला बेटे और फिर देखते हैं इसनों और बेटर किमें किया जा सकता है। ਹੁਣ क्वेश्चन ਨੂੰ पढ़ो और क्वेश्चन ਦੀ सिचुएशन ਨੂੰ ਸਮਝੋ। क्वेश्चन ਵਿੱਚ क्या की गया है बच्चों? ਕਹਿੰਦਾ ਇੱਕ ਵਿਅਕਤੀ ਯੋਗਾ ਕਰ ਰਿਹਾ ਸੀ, ਉਸ ਸਮੇਂ ਉਸਦੇ ਸਿਰ ਨੀਚੇ ਤੇ ਪੈਰ ਉੱਪਰ ਸਨ। ਜੇਕਰ ਉਸ ਸਮੇਂ ਉਹਦਾ ਸਿਰ ਵੈਸਟ ਵੱਲ ਹੋਵੇ, ਜੇਕਰ ਉਸਦਾ ਸਿਰ ਵੈਸਟ ਵੱਲ ਹੋਵੇ ਤਾਂ ਉਹਦਾ ਖੱਬਾ ਹੱਥ ਕਿਹੜੀ ਦਿਸ਼ਾ ਵੱਲ ਹੋਏਗਾ? ਇਹ ਗੱਲ ਪੁੱਛੀ ਗਈ ਹੈ ਬੱਚੋ। ਆਓ ਆਪਾਂ ਇਸ ਚੀਜ਼ ਨੂੰ ਕਰਦੇ ਹਾਂ ਬੈਟਰ ਤਰੀਕੇ ਦੇ ਨਾਲ, ਕਿਵੇਂ ਕੀਤਾ ਜਾ ਸਕਦਾ ਹੈ। क्वेश्चन ਇਹ ਸੀ ਕਿ ਜੇਕਰ ਉਹ ਵੈਸਟ ਵੱਲ ਉਹਦਾ ਫੇਸ ਹੈ ਤਾਂ ਇਟ ਮੀਨ ਜੋ ਉਸਨੇ ਨੀਚੇ ਸਿਰ ਕੀਤਾ ਹੋਇਆ ਸੀ ਤਾਂ ਹੀ ਵੈਸਟ ਸੀ। ਜੇਕਰ ਉਹ ਸਿੱਧਾ ਹੋਵੇਗਾ ਤਾਂ ਵੈਸਟ ਦਾ ਆਪੋजिट ਕੀ ਆਏਗਾ ਪਿਆਰੇ ਬੱਚੋ? ਉਹ ਈਸਟ ਵੱਲ ਹੋ ਜਾਏਗਾ। ਉਹ ਕੀ ਹੋ ਜਾਏਗਾ ਪਿਆਰੇ ਬੱਚੋ? ਈਸਟ ਵੱਲ ਹੋ ਜਾਏਗਾ। ਔਰ ਮੈਨੂੰ ਐਂ ਦੱਸੋ, ਈਸਟ ਜਦੋਂ ਹੀ ਕੋਈ ਇਨਸਾਨ ਈਸਟ ਵੱਲ ਦੇਖ ਲਿਆ ਹੈ ਤਾਂ ਉਹਦਾ ਖੱਬਾ ਹੱਥ ਕਿਹੜੀ ਦਿਸ਼ਾ ਵੱਲ ਹੋਏਗਾ? ਉਮੀਦ ਕਰਦਾ ਤੁਹਾਨੂੰ ਯਾਦ ਹੈ। ਲੈਫਟ ਹੈਂਡ ਕਿਹੜੀ ਦਿਸ਼ਾ ਵੱਲ ਹੁੰਦਾ ਹੈ? ਲੈਫਟ हैंड ਹੁੰਦਾ ਹੈ ਪਿਆਰੇ ਬੱਚੋ 90 डिग्री एंटी क्लॉकवाइज। और राइट हैंड ਕਿਹੜੀ ਦਿਸ਼ਾ ਵੱਲ ਹੁੰਦਾ ਹੈ ਪਿਆਰੇ ਬੱਚੋ? ਮੈਂ ਹੁਣੇ ਦੱਸ ਕੇ ਗਿਆ ਸੀ 90 डिग्री क्लॉकवाइज ਬੱਚੋ। ਜਿਵੇਂ ਹੀ ਉਸਨੇ ਫੇਸ ਆਪਣਾ ਸਿੱਧਾ ਕੀਤਾ, ਕਿਉਂਕਿ ਫੇਸ ਸਿੱਧਾ ਕਰਨਾ ਜ਼ਰੂਰੀ ਹੈ। ਜੇਕਰ ਉਹ ਨੀਚੇ ਫੇਸ ਵੈਸਟ ਵੱਲ ਕਰੀ ਬੈਠਾ ਸੀ ਔਰ ਸਿੱਧਾ ਹੋਇਆ ਤਾਂ ਈਸਟ। ਔਰ ਉਸਨੇ ਪੁੱਛਿਆ, ਕਿਉਂਕਿ ਮੈਂ ਤੁਹਾਨੂੰ ਇੱਕ ਗੱਲ ਹੋਰ ਕਹੀ ਸੀ ਕਿ ਚਾਹੇ ਉਹ ਵੈਸਟ ਦੇਖੇ ਚਾਹੇ ਉਹ ਈਸਟ ਦੇਖੇ, ਦੇਖਣ ਨਾਲ ਉਹਦਾ ਚਿਹਰਾ ਜ਼ਰੂਰ ਘੁੰਮੇਗਾ ਬੱਚੋ, ਬਟ ਉਹਦਾ ਖੱਬਾ ਸੱਜਾ ਨਹੀਂ ਘੁੰਮੇਗਾ। ਤਾਂ ਅਸੀਂ ਇਸ ਨੂੰ ਸਿੱਧਾ ਕੀਤਾ, ਪਹਿਲਾਂ ਤਾਂ ਈਸਟ ਵਿੱਚ ਆ ਗਿਆ। ਹੁਣ ਉਹਦਾ ਖੱਬਾ ਹੱਥ ਦੇਖੋ, ਖੱਬਾ ਹੱਥ ਮਤਲਬ 90 डिग्री एंटी क्लॉकवाइज। एंटी क्लॉकवाइज मतलब आ वाली पोजीशन बनती है। तो 90 डिग्री एंटी क्लॉकवाइज केड़ी चीज बनती है? उम्मीद करना समझ आ रहा है। आ ईस्ट है, आ नॉर्थ है। तो 90 डिग्री एंटी क्लॉकवाइज की बनेगा नॉर्थ। ਉਹਦਾ ਖੱਬਾ ਹੱਥ ਕਿਹੜੀ ਦਿਸ਼ਾ ਵੱਲ ਹੋਏਗਾ ਬੱਚੋ? ਉਹਦਾ ਖੱਬਾ ਹੱਥ ਹੋਏਗਾ ਨੌਰਥ ਦਿਸ਼ਾ ਵੱਲ। होप्सो समझ आया। क्लियर हुई गल बेटा? अगर नहीं भी क्लियर हुई, अगले एक दो क्वेश्चन समझो, बड़े आराम नाल तुसी चीज़ां नूं समझ जाओगे। आओ मैं अगला क्वेश्चन करवाना। मैं ਇਹਦੇ ਵਿੱਚ ਹੁਣ स्टेटमेंट नहीं लिखांगा प्यारे बच्चों, स्टेटमेंट तो बिना ਆਪਾਂ क्वेश्चन ਨੂੰ ਕਰਦੇ ਹਾਂ। ओनली फेस चेंज करना, हैंड चेंज नहीं होंगे। फेस चेंज होएगा सीधे ਦਾ उल्टा ਕਰਨ ਦੇ ਵੇਲੇ फेस चेंज होएगा बेटे। मान लो एक क्वेश्चन अगला लिखो, सेकंड नंबर क्वेश्चन है मेरे को ਕਿ ਇੱਕ ਆਦਮੀ ਹੈ, ਉਹਦਾ ਫੇਸ ਜੋ ਹੈ ਨਾ, ਜਦੋਂ ਉਹ ਯੋਗਾ ਕਰ ਰਿਹਾ ਸੀ ਤਾਂ ਉਸ ਸਮੇਂ ਉਹਦਾ ਫੇਸ ਵੈਸਟ ਵੱਲ ਸੀ। ਠੀਕ ਹੈ ਬੇਟੇ? ਯੋਗਾ ਕਰਦੇ ਸਮੇਂ ਫੇਸ ਉਹਦਾ ਵੈਸਟ ਵੱਲ ਸੀ, ਮਤਲਬ ਜਦੋਂ ਉਹਦੇ ਹੈਡ ਡਾਊਨ ਸੀ, ਉਹਦਾ ਸਿਰ ਜੋ ਸੀ ਉਹ ਥੱਲੇ ਸੀ, ਉਦੋਂ ਦਾ ਫੇਸ ਹੈ ਇਹ। ਹੈਡ ਡਾਊਨ ਦੀ ਪੋਜੀਸ਼ਨ ਹੈ ਬੇਟਾ। ਠੀਕ ਹੈ? ਫੇਸ ਵੈਸਟ ਵੱਲ ਸੀ ਬੇਟਾ। ਠੀਕ ਹੈ? ਔਰ ਮੈਨੂੰ ਦੱਸਣਾ ਹੈ ਉਹਦਾ ਲੈਫਟ हैंड ਕਿੱਧਰ ਹੋਵੇਗਾ। ਉਹਦਾ ਜੋ ਲੈਫਟ हैंड ਹੈ ਕਿੱਧਰ ਹੋਵੇਗਾ। आओ प्यारे बच्चों इसमें शॉर्टकट ट्रिक नाल करते हैं। सब तो पहला तो इस बंदे ਨੂੰ ਸਿੱਧਾ ਕਰਾਂਗੇ। ਇਹਦਾ ਫੇਸ ਜੇਕਰ ਨੀਚੇ ਵੈਸਟ ਸੀ ਤਾਂ ਸਿੱਧਾ ਹੋ ਕੇ ਕਿੱਧਰ ਹੋ ਜਾਏਗਾ ਪਿਆਰੇ ਬੱਚੋ? ਸਿੱਧਾ ਹੋ ਕੇ ਹੋ ਜਾਏਗਾ ਈਸਟ ਵੱਲ। ਅੱਛਾ ਹੁਣ ਈਸਟ ਦਾ ਅਸੀਂ ਕੀ ਫਾਈਂਡ ਕਰਨਾ ਹੈ? ਈਸਟ ਦਾ ਅਸੀਂ ਫਾਈਂਡ ਕਰਨਾ ਲੈਫਟ हैंड। ਔਰ ਲੈਫਟ ਤੁਹਾਨੂੰ ਪਤਾ ਹੈ 90 डिग्री एंटी क्लॉकवाइज। 90 डिग्री एंटी क्लॉकवाइज। ਤਾਂ ਪਿਆਰੇ ਬੱਚੋ ਈਸਟ ਦਾ 90 डिग्री एंटी क्लॉकवाइज ਕੀ ਹੋਏਗਾ? ਆਪਾਂ ਹੁਣੇ ਕਰਕੇ ਆਏ ਹਾਂ। आंसर इज नॉर्थ आ जाएगा। उम्मीद करदा समझ आया होएगा।
आओ एक क्वेश्चन होर करते हाँ और फिर एक क्वेश्चन तुहानू मैं प्रैक्टिस लई देवांगा प्यारे बच्चों। देखो अगला क्वेश्चन कुछ इस तरह है डियर। एक इंसान का फेस साउथ वाल है, जो भी मैं पोजीशन दे रहा ये ओदा सिर नीचे वाला है, मतलब हेड डाउन है, लेग्स अप ने होंदियां। हेड जो है, हेड लिखना मैंने हेड लिख देता है ना, सॉरी हेड, हेड जो है वो डाउन है बच्चे, और जो ओदियां लेग्स ने वो अप ने बेटा। तो ओदा फेस किधर है, साउथ वाला है। ਆਪਾਂ ਨੇ ਕੀ ਪਤਾ ਕਰਨਾ ਹੈ, ਆਪਾਂ ਨੇ ਉਹਦਾ ਰਾਈਟ ਹੈਂਡ ਪਤਾ ਕਰਨਾ ਹੈ। ਪਿਆਰੇ ਬੱਚੋ ਕੀ ਪਤਾ ਕਰਨਾ ਹੈ, ਰਾਈਟ ਹੈਂਡ ਪਤਾ ਕਰਨਾ ਹੈ। ਆਓ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਇਸ ਬੰਦੇ ਦਾ ਫੇਸ ਤੁਸੀਂ ਸਿੱਧਾ ਕਰੋ। ਸਾਊਥ ਤੋਂ ਜਿਵੇਂ ਹੀ ਉਹ ਸਿੱਧਾ ਹੋਇਆ ਤਾਂ ਕੀ ਬਣ ਗਿਆ ਪਿਆਰੇ ਬੱਚੋ, ਨਾਰਥ ਬਣ ਗਿਆ। ਹੁਣ ਆਪਾਂ ਨੂੰ ਕੀ ਚਾਹੀਦਾ ਹੈ, ਨਾਰਥ ਦਾ ਰਾਈਟ ਹੈਂਡ ਚਾਹੀਦਾ ਹੈ ਬੇਟੇ। ਰਾਈਟ ਹੈਂਡ ਦਾ ਤੁਹਾਨੂੰ ਸਭ ਨੂੰ ਪਤਾ ਹੈ, ਰਾਈਟ ਹੈਂਡ ਦਾ ਮਤਲਬ ਕੀ ਹੁੰਦਾ ਹੈ ਪਿਆਰੇ ਬੱਚੋ, 90 डिग्री क्लॉकवाइज। यही चीज होंगी है ना राइट साइड 90 डिग्री क्लॉकवाइज। तो नॉर्थ का 90 डिग्री क्लॉकवाइज की होएगा, तो आंसर इज बच्चों ईस्ट आ जाएगा। उम्मीद करना थानू ये समझ गल आई होगी बेटे। आओ एक क्वेश्चन और करते हैं और अगला क्वेश्चन तुसी खुद करोगे डियर। आओ जी बच्चों नैक्सट क्वेश्चन ये है अपना, एक इंसान का फेस योगा करते समय जो उसने योगा कर रहा सी तां साउथ ईस्ट वाल सी उसका फेस बेटे। ਆਪਾਂ ਨੇ ਉਹਦਾ ਲੈਫਟ ਹੈਂਡ ਦੱਸਣਾ ਹੈ। ਜੇਕਰ ਉਹ ਲੈਫਟ ਹੈਂਡ ਜੇਕਰ ਉਹ ਸਿਰ ਥੱਲੇ ਕਰਕੇ ਔਰ ਲੈਗਸ ਉੱਪਰ ਕਰਕੇ ਯੋਗਾ ਕਰ ਰਿਹਾ ਤਾਂ ਉਹਦਾ ਲੈਫਟ ਹੈਂਡ ਕੀ ਹੋਏਗਾ। ਸਭ ਤੋਂ ਪਹਿਲਾਂ ਤਾਂ ਉਸ ਨੂੰ ਸਿੱਧਾ ਕਰਦੇ ਹਾਂ। ਜਿਵੇਂ ਹੀ ਸਿੱਧਾ ਕੀਤਾ ਤਾਂ ਬਣਿਆ ਕੀ, ਸਿੱਧਾ ਕੀਤਾ ਤਾਂ ਇਹਦਾ ਆਪੋਜੀਟ ਬਣੇਗਾ। ਸਾਊਥ ਦਾ ਆਪੋਜੀਟ ਕੀ ਹੁੰਦਾ ਡੀਅਰ, ਨਾਰਥ। ਈਸਟ ਦਾ ਆਪੋਜੀਟ ਕੀ ਹੁੰਦਾ ਡੀਅਰ, ਵੈਸਟ। ਤਾਂ ਉਹਦਾ ਫੇਸ ਕਿੱਧਰ ਹੋ ਗਿਆ, ਨਾਰਥ ਵੈਸਟ ਵੱਲ ਹੋ ਗਿਆ। ਇੰਨੀ ਗੱਲ ਸਮਝ ਆਈ। ਹੁਣ ਲੈਫਟ ਹੈਂਡ ਘੁੰਮਣਾ ਹੈ। ਲੈਫਟ ਹੈਂਡ ਦਾ ਮਤਲਬ ਕੀ ਹੁੰਦਾ ਹੈ, 90 डिग्री एंटी क्लॉकवाइज है ना। हेलो जी मैं तुम्हारे सामने मैप रखता, एरिया डियर नॉर्थ, एरिया डियर वेस्ट, साउथ, और ये अपने को की आ गया प्यारे बच्चों, ईस्ट आ गया। कितने खड़ा है वो खड़ा है नॉर्थ वेस्ट वाल। किधर ਨੂੰ जाना है, एंटी क्लॉकवाइज है ना, 90 डिग्री एंटी क्लॉकवाइज। 90 डिग्री एंटी क्लॉकवाइज केड़ी पोजीशन आएगी डियर, साउथ वेस्ट बेटा। ऑप्शन समझ आ रही गल बेटा। आंसर इज साउथ वेस्ट। तो लेफ्ट हैंड किधर होएगा, साउथ वेस्ट होएगा। बच्चों उम्मीद करदा ये कंसैप्ट समझ आया होएगा। बड़ा ही हल्का जिहा ट्रिकी कंसैप्ट सी, बट बड़ी आसानी नाल तुसी इस कंसैप्ट नूं कर सकते हो। आओ जी हुण अगला क्वेश्चन तुहाडा है जो तुसी मैनूं कमेंट सैक्शन दे विच आंसर दोगे इस क्वेश्चन दा प्यारे बच्चों। आओ डियर, एक इंसान योगा कर रहा सी और योगा करते समय उसका जो फेस सी है ना बेटे, ਉਹਦਾ फेस नॉर्थ ईस्ट सी बेटा। और तुसी मैनू दसना है ਉਹਦਾ राइट हैंड किधर होगा। सिर उसका नीचे है, जो ਉਹਦਾ हेड है बच्चों वो डाउन है बच्चों, एंड लेग्स अपने बेटा उसदियां। और वो योगा कर रहा है, योगा करते समय उसका सिर जो है वो नॉर्थ ईस्ट वाल है डियर। फेस जो है नॉर्थ ईस्ट वाल है, ਉਹਦਾ राइट हैंड तुसी फाइंड करना है। प्यारे बच्चों तुसी प्लीज इसका रिप्लाई मैनू कमेंट सैक्शन से करियो। मैं डेफिनेटली हर एक बच्चे का रिप्लाई करता हाँ, चैक करता हाँ। आंसर बड़ी खुशी होगी अगर तुसी क्लीयर कर दिओ इस चीज को। आओ बच्चों लास्ट कंसैप्ट सीखते हैं, फिर आप मूव करांगे इस क्लास में। बच्चों लास्ट कंसैप्ट सीखने के लिए अपने को क्वेश्चन तुहाडे सामने स्क्रीन पे आ गया। तुसी इस क्वेश्चन को देखो, फिर उस बिहाफ से ही अगले कंसैप्ट को आप सीख लेने हैं। एक बार इसनूं थोड़ा जिहा मैं लेंथी करवावांगा, उस तो बाद प्यारे बच्चों इहदे लई भी तुहानूं शॉर्टकट ट्रिक देवांगा कि तुसीं विदिन 20 सेकंड, विदिन 20 सेकंड मैं ज़्यादा कह रहा 10 to 5 सेकंड क्वेश्चन करोगे। ਸਵੇਰ ਦੇ ਸਮੇਂ ਰਾਮ ਅਤੇ ਸ਼ਾਮ ਦੋਨੋਂ ਆਪਸ ਵਿੱਚ ਗੱਲਾਂ ਕਰ ਰਹੇ ਨੇ। ਰਾਮ ਦਾ ਜਿਹੜਾ ਪਰਛਾਵਾਂ ਹੈ ਸੋਨ ਦੇ ਖੱਬੇ ਹੱਥ ਤੇ ਪੈ ਰਿਹਾ ਹੈ। ਰਾਮ ਦਾ ਚਿਹਰਾ ਕਿਹੜੀ ਦਿਸ਼ਾ ਵੱਲ ਹੋਏਗਾ। प्यारे बच्चों ये क्वेश्चन ने शेडो वाले, परछावे वाले बेटा। ये नेक्स्ट टाइप है और अपना ये लास्ट टाइप है बच्चों। और फिर देखते हैं अगली चीज में जो कुछ करना है अपने बेटा। शैडो की गल की जाए तो जो परछावा है ना वो चार तरह नाल हो सकता है। ਜਾਂ ਤਾਂ ਖੱਬੇ ਪੈ सकता है प्यारे बच्चों, मैं बेसिक सिखा रहा एक बार देख लो इसका। ਜਾਂ सज्जे पै सकता है प्यारे बच्चों, ਜਾਂ फिर अगे पै सकता है प्यारे बच्चों परछावा, ਜਾਂ परछावा पिछे पै सकता है। ठीक है, चार ही रूप होंगे परछावे के बच्चों, या तो अगे या पिछे बन सकती है शैडो या परछावा बच्चों। ठीक है, क्लीयर हुई गल बेटा। पर ये समा जो दिता जाता है ना बच्चों, वो दो समय होंगे ने, मॉर्निंग का समा होंगे प्यारे बच्चों और इवनिंग का समा दिता जाता है। अगर मैं इन्होंने दोनों की एक फाइनल कंक्लूजन करना तो मॉर्निंग को सनसैट कह देंगे ने,
ਸੌਰੀ ਸਨਰਾਈਜ਼ ਕਹਿ ਦਿੰਦੇ ਨੇ, ਸਨਰਾਈਜ਼ ਕਹਿ ਦਿੰਦੇ ਨੇ, ਔਰ ਈਵਨਿੰਗ ਨੂੰ ਸਨਸੈਟ ਕਹਿ ਦਿੰਦੇ ਨੇ। ਆਈ ਥਿੰਕ ਇਹ ਸਭ ਨੂੰ ਪਤਾ ਹੈ, ਜਦੋਂ ਸੂਰਜ ਚੜ੍ਹਦਾ ਹੈ ਉਹ ਕਿਹੜਾ ਪਾਸਾ ਹੁੰਦਾ ਹੈ, ਉਹ ਈਸਟ ਪੂਰਬ ਦਾ ਪਾਸਾ ਹੁੰਦਾ ਹੈ, ਔਰ ਜਦੋਂ ਸੂਰਜ ਛਿਪਦਾ ਹੈ ਤਾਂ ਉਹ ਕਿਹੜਾ ਪਾਸਾ ਹੁੰਦਾ ਹੈ ਪਿਆਰੇ ਬੱਚਿਓ, ਵੈਸਟ ਵਾਲਾ ਪਾਸਾ ਹੁੰਦਾ ਹੈ। ਬੇਸਿਕ ਕੰਸੈਪਟ ਪਲੀਜ਼ ਇਸ ਤੇ ਨਜ਼ਰ ਮਾਰੋ। ਤਿੰਨ ਬੇਸਿਕ ਕੰਸੈਪਟ ਮੈਂ ਤੁਹਾਨੂੰ ਦੱਸੇ। ਪਹਿਲਾ ਬੇਸਿਕ ਕੰਸੈਪਟ ਇਹ, ਜਿਹੜਾ ਪਰਛਾਵਾਂ ਹੈ ਉਹ ਚਾਰ ਤਰ੍ਹਾਂ ਨਾਲ ਹੀ ਬਣ ਸਕਦਾ ਹੈ, ਜਾਂ ਤਾਂ ਸੱਜੇ ਖੱਬੇ ਬਣ ਸਕਦਾ ਹੈ, ਜਾਂ ਅੱਗੇ ਜਾਂ ਪਿੱਛੇ ਬਣ ਸਕਦਾ ਹੈ। ਦੂਸਰਾ ਆਖਿਆ, ਸਮਾਂ ਜੋ ਦਿੱਤਾ ਹੋਏਗਾ ਉਹ ਮਾਰਨਿੰਗ ਦਾ ਦਿੱਤਾ ਹੋਏਗਾ ਜਾਂ ਫਿਰ ਇਵਨਿੰਗ ਦਾ ਦਿੱਤਾ ਹੋਏਗਾ। ਔਰ ਜੋ ਮੈਂ ਤੀਸਰੀ ਗੱਲ ਦੱਸੀ, ਮਾਰਨਿੰਗ ਨੂੰ ਸਨਰਾਈਜ਼ ਜਾਂ ਸਨਸੈਟ ਕਹਿ ਦਿੰਦੇ ਨੇ ਕਈ ਵਾਰੀ, ਔਰ ਸਨਰਾਈਜ਼ ਫਿਕਸ ਹੈ ਪੂਰਬ ਤੇ ਸਨਸੈਟ ਫਿਕਸ ਹੈ ਵੈਸਟ ਵੱਲ। ਪਿਆਰੇ ਬੱਚਿਓ, ਉਮੀਦ ਕਰਦਾ ਇਹ ਕੰਸੈਪਟ ਸਮਝ ਆਇਆ। ਆਓ ਇਸ ਕੁਐਸਚਨ ਨੂੰ ਪਹਿਲਾਂ ਮੈਂ ਥੋੜਾ ਜਿਹਾ ਲੌਂਗ ਮੈਥਡ ਰਾਹੀਂ ਦੱਸਾਂਗਾ, ਔਰ ਉਸ ਤੋਂ ਬਾਅਦ ਮੈਂ ਇਸ ਦਾ ਬਿਲਕੁਲ ਬੇਸਿਕ ਕਿ ਤੁਸੀਂ ਇਸ ਕੁਐਸਚਨ ਨੂੰ ਵਿਦਿਨ 2 ਸੈਕਿੰਡ ਜਾਂ 3 ਸੈਕਿੰਡ ਕਿਵੇਂ ਕਰ ਸਕਦੇ ਹੋ ਉਹ ਵੀ ਦੱਸਾਂਗਾ। ਆਓ ਪਹਿਲਾਂ ਤਾਂ ਇਹਦਾ ਕੰਸੈਪਟ ਸਮਝ ਲਈਏ। ਕਿਸੇ ਵੀ ਸ਼ਾਰਟਕਟ ਨੂੰ ਕਰਨ ਤੋਂ ਪਹਿਲਾਂ ਉਹਦਾ ਬੇਸਿਕ ਕੰਸੈਪਟ ਤੁਹਾਨੂੰ ਜ਼ਰੂਰ ਆਉਣਾ ਚਾਹੀਦਾ ਹੈ। ਆਓ ਡੀਅਰ ਕਰਦੇ ਹਾਂ ਇਸ ਚੀਜ਼ ਨੂੰ ਕਰਨ ਦੇ ਲਈ ਆਪਾਂ ਹੁਣ ਸ਼ੁਰੂ ਕਰਦੇ ਹਾਂ। ਹਾਂਜੀ ਬੱਚੋ, ਕੁਐਸਚਨ ਸੀ, ਸਵੇਰ ਦਾ ਸਮਾਂ ਰਾਮ ਤੇ ਸ਼ਾਮ ਦੋਨੇ ਆਪਸ ਵਿੱਚ ਗੱਲਾਂ ਕਰ ਰਹੇ ਨੇ। ਆ ਲੋ ਜੀ, ਆ ਦੋ ਬੰਦੇ ਨੇ, ਇੱਕ ਦਾ ਮੂੰਹ ਇੱਧਰ ਨੂੰ ਹੈ, ਇੱਕ ਦਾ ਮੂੰਹ ਇੱਧਰ ਨੂੰ ਹੈ, ਆਪਸ ਵਿੱਚ ਗੱਲਾਂ ਤਾਂ ਇਸੇ ਤਰ੍ਹਾਂ ਹੀ ਕਰਨਗੇ। ਸਮਾਂ ਕਿਹੜਾ ਹੈ, ਸਵੇਰ ਦਾ। ਅਗਰ ਸਵੇਰ ਦਾ ਸਮਾਂ ਹੈ ਤਾਂ ਸੂਰਜ ਇੱਥੇ ਹੋਵੇਗਾ, ਸਭ ਨੂੰ ਪਤਾ ਹੈ ਆ ਈਸਟ ਸਾਈਡ ਹੈ। ਜੇ ਸੂਰਜ ਇੱਧਰ ਹੋਵੇਗਾ ਤਾਂ ਦੋਨਾਂ ਬੰਦਿਆਂ ਦਾ ਪਰਛਾਵਾਂ ਆਹ ਵਾਲੀ ਸਾਈਡ ਬਣੇਗਾ। ਪਿਆਰੇ ਬੱਚੋ ਸਮਝ ਆ ਰਹੀ ਗੱਲ ਬੇਟਾ, ਦੋਨਾਂ ਬੰਦਿਆਂ ਦਾ ਪਰਛਾਵਾਂ ਆਹ ਵਾਲੀ ਸਾਈਡ ਬਣੇਗਾ। ਤੁਹਾਨੂੰ ਇੱਕ ਗੱਲ ਯਾਦ ਕਰਵਾਈ ਸੀ, ਜੋ ਬੰਦਾ ਉੱਪਰ ਨੂੰ ਦੇਖ ਰਿਹਾ ਹੁੰਦਾ ਹੈ ਉਹ ਹਮੇਸ਼ਾ ਨਾਰਥ ਨੂੰ ਦੇਖ ਰਿਹਾ ਹੁੰਦਾ ਹੈ। ਯਾਦ ਹੈ ਨਾ, ਜੋ ਬੰਦਾ ਉੱਪਰ ਨੂੰ ਦੇਖ ਰਿਹਾ ਹੁੰਦਾ ਹੈ ਉਹ ਨਾਰਥ ਨੂੰ ਦੇਖ ਰਿਹਾ ਹੁੰਦਾ ਹੈ। ਔਰ ਇਸ ਬੰਦੇ ਦਾ ਖੱਬਾ ਤੇ ਸੱਜਾ ਸਾਡਾ ਖੱਬਾ ਸੱਜਾ ਹੁੰਦਾ ਹੈ। ਆਈ ਥਿੰਕ ਤੁਹਾਨੂੰ ਯਾਦ ਹੋਏਗੀ ਗੱਲ। ਐਕਚੁਅਲ ਦੇ ਵਿੱਚ ਜੋ ਬੰਦਾ ਨਾਰਥ ਨੂੰ ਦੇਖੇਗਾ ਅਸੀਂ ਖੁਦ ਹੋਵਾਂਗੇ, ਔਰ ਇਹਦਾ ਖੱਬਾ ਹੱਥ ਆਹ ਵਾਲਾ ਸਾਡਾ ਹੋਏਗਾ, ਇਹਦਾ ਸੱਜਾ ਹੱਥ ਇਹ ਵਾਲਾ ਸਾਡਾ ਹੋਏਗਾ। ਤੇ ਪਿਆਰੇ ਬੱਚੋ, ਜਿਹੜਾ ਉੱਪਰ ਹੋਏਗਾ ਉਹਦਾ ਆਪੋਜੀਟ ਹੋ ਜਾਏਗਾ, ਇਹਦਾ ਲੈਫਟ ਆ ਬਣ ਜਾਏਗਾ, ਇਹਦਾ ਰਾਈਟ ਇਹ ਬਣ ਜਾਏਗਾ। ਆਓ ਹੁਣ ਕੁਐਸਚਨ ਨੂੰ ਪੜੋ। ਕਹਿੰਦਾ ਰਾਮ ਦਾ ਪਰਛਾਵਾਂ ਸੋਨ ਦੇ ਖੱਬੇ ਹੱਥ ਪੈ ਰਿਹਾ ਹੈ, ਸੋਨ ਦੇ ਖੱਬੇ ਹੱਥ ਪੈ ਰਿਹਾ ਹੈ। ਦੋ ਬੰਦੇ ਨੇ, ਮੈਨੂੰ ਨਹੀਂ ਪਤਾ ਕੌਣ ਰਾਮ ਹੈ ਕੌਣ ਸ਼ਾਮ ਹੈ, ਚੈੱਕ ਕਰੋ। ਖੱਬੇ ਹੱਥ ਪਰਛਾਵਾਂ, ਖੱਬਾ ਹੱਥ ਕਿਹਦਾ ਪਰਛਾਵੇਂ ਵੱਲ, ਇਸ ਬੰਦੇ ਦਾ। ਉਹਨੇ ਕੀ ਕਿਹਾ, ਰਾਮ ਦਾ ਪਰਛਾਵਾਂ। ਕਿਹਦਾ ਖੱਬਾ ਹੱਥ ਹੈ ਇਹ, ਫਿਰ ਇਹ ਸੋਨ ਦਾ ਖੱਬਾ ਹੱਥ ਹੈ। ਤੇ ਇਹਦਾ ਮਤਲਬ ਆ ਬੰਦਾ ਕੌਣ ਹੋ ਗਿਆ ਪਿਆਰੇ ਬੱਚੋ, ਇਹ ਹੋ ਗਿਆ ਸੋਨ ਬੇਟਾ। ਅਗਰ ਇਹ ਸੋਨ ਹੈ ਤਾਂ ਉੱਪਰ ਕੌਣ ਹੋ ਗਿਆ ਫਿਰ ਬੱਚੋ, ਇਹ ਹੋ ਗਿਆ ਜੀ ਰਾਮ। ਪੁੱਛਿਆ ਕੀ ਗਿਆ ਮੇਰੇ ਕੋਲੋਂ, ਪੁੱਛਿਆ ਗਿਆ ਰਾਮ ਦਾ ਚਿਹਰਾ ਕਿਹੜੀ ਦਿਸ਼ਾ ਵੱਲ ਹੋਏਗਾ। ਸਿੰਪਲ ਹੈ ਨਾ, ਰਾਮ ਦਾ ਚਿਹਰਾ ਕਿੱਧਰ ਨੂੰ ਹੋ ਸਕਦਾ ਹੈ, ਤਾਂ ਰਾਮ ਦਾ ਚਿਹਰਾ ਆ ਗਿਆ ਪਿਆਰੇ ਬੱਚੋ ਸਾਊਥ। ਆ ਲੋ ਜੀ, ਮੇਰਾ ਆਂਸਰ ਆ ਗਿਆ ਜੀ ਸਾਊਥ ਬੇਟਾ। ਇਹ ਤਾਂ ਸੀ ਲੌਂਗ ਟ੍ਰਿਕ ਬੇਟਾ। ਜੇਕਰ ਦੇਖਿਆ ਜਾਵੇ ਤਾਂ ਬੇਸਿਕ ਕੰਸੈਪਟ ਸਮਝਣਾ ਇਸ ਕੁਐਸਚਨ ਨੂੰ ਕਰਨ ਦਾ। ਆਓ ਇਸ ਨੂੰ ਹੁਣ ਅਸੀਂ ਸ਼ਾਰਟਕਟ ਤਰੀਕੇ ਨਾਲ ਕਰਦੇ ਹਾਂ ਔਰ ਵੇ ਨੂੰ ਸਮਝਦੇ ਹਾਂ। ਪਿਆਰੇ ਬੱਚੋ ਆਓ ਸ਼ੁਰੂ ਕਰਦੇ ਹਾਂ ਇਸ ਗੱਲ ਨੂੰ। ਇੱਕ ਵਾਰੀ ਮੈਂ ਇਸ ਨੂੰ ਰੱਬ ਕਰਨਾ ਚਾਹਾਂਗਾ ਤਾਂ ਕਿ ਮੈਂ ਤੁਹਾਨੂੰ ਬੈਟਰ ਇਸੇ ਸਲਾਈਡ ਤੇ ਹੀ ਸਮਝਾ ਪਾਵਾਂ ਬੱਚੋ ਇਸ ਕੁਐਸਚਨ ਨੂੰ। ਹਾਂਜੀ ਬੱਚੋ, ਤੁਸੀਂ ਕੀ ਕਰਨਾ ਹੈ, ਇਸ ਤਰ੍ਹਾਂ ਦੇ ਜਦੋਂ ਵੀ ਕੁਐਸਚਨ ਕਰੋਗੇ ਨਾ ਤਾਂ ਤੁਸੀਂ ਹਮੇਸ਼ਾ ਸੂਰਜ ਦਾ ਸੱਜਾ ਤੇ ਖੱਬਾ ਕੱਢ ਲੈਣਾ। ਬਸ ਸੂਰਜ ਦਾ, ਸਨ ਦਾ ਤੁਸੀਂ ਖੱਬਾ ਤੇ ਸੱਜਾ ਕੱਢ ਲਓ। ਬੇਟੇ ਚੈੱਕ ਕਰੋ, ਜੇਕਰ ਸਨ ਮੇਰੇ ਕੋਲ ਈਸਟ ਵੱਲ ਹੈ ਤਾਂ ਸਨ ਦਾ ਲੈਫਟ ਰਾਈਟ ਕੱਢ ਲਓ, ਕਿਹੜੀ ਦਿਸ਼ਾ ਵੱਲ ਹੋਏਗਾ। ਸਨ ਦਾ ਜੋ ਲੈਫਟ ਰਾਈਟ ਹੈ ਉਹ ਕਿਹੜੀ ਦਿਸ਼ਾ ਵੱਲ ਹੋਏਗਾ। ਬਸ ਅਸੀਂ ਇਸ ਚੀਜ਼ ਨੂੰ ਦੇਖਣਾ ਹੈ ਔਰ ਸਾਡਾ ਕੰਮ ਚੱਲ ਜਾਏਗਾ ਬੇਟੇ। ਸਨ ਦਾ ਅਸੀਂ ਲੈਫਟ ਤੇ ਰਾਈਟ ਦੇਖਣਾ ਹੈ, ਉਹ ਕਿਹੜਾ ਹੋ ਸਕਦਾ ਹੈ, ਉਹੀ ਸਾਡਾ ਆਂਸਰ ਹੋਏਗਾ ਬੇਟੇ। ਚਲੋ ਦੇਖਦੇ ਹਾਂ ਬੇਟੇ, ਮੇਰੇ ਕੋਲ ਕੀ ਹੈ ਕੁਐਸਚਨ। ਮੇਰੇ ਕੋਲ ਇਹ ਕੁਐਸਚਨ ਹੈ, ਸਵੇਰ ਦੇ ਸਮੇਂ ਰਾਮ ਅਤੇ ਸ਼ਾਮ ਦੋਨੇ ਆਪਸ ਵਿੱਚ ਗੱਲ ਕਰ ਰਹੇ ਨੇ। ਜਿਵੇਂ ਹੀ ਮੇਰੇ ਕੋਲ ਸਵੇਰ ਦਾ ਸਮਾਂ ਆਇਆ, ਸਵੇਰ ਦਾ ਸਮਾਂ ਆਇਆ ਤਾਂ ਸੂਰਜ ਕਿੱਧਰ ਹੋਏਗਾ, ਈਸਟ ਵੱਲ ਹੋਏਗਾ। ਕਲੀਅਰ ਹੋ ਰਹੀ ਗੱਲ ਬੇਟਾ, ਸੂਰਜ ਕਿੱਧਰ ਹੋਏਗਾ ਪਿਆਰੇ ਬੱਚੋ, ਈਸਟ ਵੱਲ ਹੋਏਗਾ। ਹੁਣ ਅਗਲੀ ਲਾਈਨ ਨੂੰ ਪੜੋ ਧਿਆਨ ਨਾਲ। ਰਾਮ ਦਾ ਪਰਛਾਵਾਂ ਸੋਨ ਦੇ ਖੱਬੇ, ਆ ਖੱਬਾ ਪਕੜ ਲਓ, ਬਸ ਜਿਸ ਦੀ ਵੀ ਬਾਹ ਹੈ ਉਸ ਬੰਦੇ ਨੂੰ ਪਕੜ ਲਓ, ਖੱਬੇ। ਹੁਣ ਆਪਾਂ ਨੇ ਈਸਟ ਦਾ ਖੱਬਾ ਦੇਖਣਾ ਪਿਆਰੇ ਬੱਚੋ। ਕਿਹਦਾ ਖੱਬਾ ਦੇਖਣਾ ਹੈ, ਈਸਟ ਦਾ ਖੱਬਾ। ਆਪਾਂ ਸਭ ਨੂੰ ਯਾਦ ਹੈ, ਸ਼ੁਰੂ ਤੋਂ ਲੈਕਚਰ ਕਰਦੇ ਕਰਦੇ ਬੇਸਿਕ ਤੋਂ, ਮੈਂ ਕਹਿ ਸਕਦਾ ਹੁਣ ਤਾਂ ਬਚਪਨ ਤੋਂ ਆਪਾਂ ਸਿੱਖਦੇ ਆ ਰਹੇ ਹਾਂ ਕਿ ਖੱਬਾ ਮਤਲਬ ਐਂਟੀ ਕਲੌਕ ਵਾਈਜ਼ ਕਿੰਨੇ, 90 ਡਿਗਰੀ। ਪਿਆਰੇ ਬੱਚੋ ਆ ਰਿਹਾ ਮੇਰਾ ਈਸਟ, ਇਹ ਰਿਹਾ ਮੇਰਾ ਈਸਟ, ਔਰ ਈਸਟ ਦਾ ਖੱਬਾ, ਈਸਟ ਦਾ ਖੱਬਾ ਕਿੱਧਰ ਹੋਏਗਾ ਡੀਅਰ, ਐਂਟੀ ਕਲੌਕਵਾਈਜ਼। ਕੀ ਆਇਆ ਪਿਆਰੇ ਬੱਚੋ, ਤਾਂ ਮੇਰੇ ਕੋਲ ਆ ਗਿਆ ਇਹ ਨਾਰਥ। ਬੱਚੋ ਮੇਰੇ ਕੋਲ ਕੀ ਆ ਗਿਆ ਰਾਜੇ, ਨਾਰਥ।
ये नॉर्थ कौन आया? नॉर्थ जिहदी बांह है, बांह किहदी है? सोन दी। सोन दा खब्बा हथ बोलिया ना, जिहदा हथ है। अगर सोन नॉर्थ वाल खड़ा है, अगर प्यारे बच्चों सोन जो है नॉर्थ वाल खड़ा है, तो राम किधर खड़ा होएगा? राम ਇਹਦਾ opposite, नॉर्थ ਦਾ opposite ਕੀ ਹੁੰਦਾ ਹੈ? ਸਾਊਥ। ਆ ਲਓ ਜੀ, ਵਿਦਿਨ ਸੈਕਿੰਡ ਕੁਐਸਚਨ ਆਪਾਂ ਇਹ ਕਰ ਲਿਆ ਬੱਚੋ। ਉਮੀਦ ਕਰਦਾ ਤੁਹਾਨੂੰ ਇਹ ਕੁਐਸਚਨ ਸਮਝ ਆਇਆ ਹੋਵੇਗਾ ਬੱਚੋ। आओ बच्चों, मैं एक क्वेश्चन च और तैयारी करवाना, डोंट वरी, जे नहीं भी समझ आया तो अगली क्वेश्चन च तुहानू पता चल जाएगा। आ लो जी, अगला क्वेश्चन फिर तुहाडे सामने है, तुसी खुद करना है। देखो किवें कीता जा सकता है। दो दोस्त ने, समा चेक करो। सब तो पहला समा किहड़ा? समा सवेर दा है, तो लिख लेने सन किधर है पुत्र? सन है ईस्ट वाले। पहला काम निबड़ गया बच्चों। हुण की कहंदा है, स्मित दा परछावां मोहित दे सज्जे हथ, पकड़ लो ये बंदे दा हथ पकड़ लो, सज्जे हथ। ईस्ट दा सज्जा कड्डो, ईस्ट दा सज्जा कड्डना है। ईस्ट दा सज्जा की होएगा डियर? 90 डिग्री क्लॉकवाइज, 90 डिग्री क्लॉकवाइज। 90 डिग्री क्लॉकवाइज केड़ा आएगी डायरेक्शन? ये भुल गए तो फिर देखो, आ ईस्ट है, क्लॉकवाइज जाना है तो अपने को की आ गया? साउथ आ गया। ये साउथ की आया? ਇਹ ਸਾਊਥ ਜਿਸ ਬੰਦੇ ਦਾ ਹੱਥ ਪਕੜਿਆ ਉਹ ਬੰਦੇ ਦਾ ਚਿਹਰਾ ਆ ਗਿਆ। ਤਾਂ ਮੋਹਿਤ ਦਾ ਫੇਸ ਕਿੱਧਰ ਹੈ? ਮੋਹਿਤ ਦਾ ਫੇਸ ਕਿੱਧਰ ਹੈ ਪਿਆਰੇ ਬੱਚੋ? ਸਾਊਥ ਵੱਲ ਹੈ। ਤਾਂ ਦੱਸੋ ਜੀ ਸਮਿਤ ਦਾ ਚਿਹਰਾ ਕੀ ਹੋਏਗਾ? ਸਮਿਤ ਦਾ ਮੋਹਿਤ ਤੋਂ ਆਪੋजिट ਹੋਏਗਾ, ਤਾਂ ਆਪੋजिट ਸਾਊਥ ਦਾ ਕੀ ਹੁੰਦਾ ਪਿਆਰੇ ਬੱਚੋ? नॉर्थ। ਤਾਂ ਆਨਸਰ ਇਜ਼ नॉर्थ बेटे। उम्मीद करदा क्वेश्चन समझ आया बच्चों, होप सो क्लियर होई गल बेटा। आओ डियर नैक्सट क्वेश्चन करते हैं और नैक्सट क्वेश्चन के राही समझते हैं बेटे। ठीक है जी, मैं एक क्वेश्चन तुहाडे सामने और रख देना, जेकर तुसी इस चीज को देखना होवे। मैं कह रहा हाँ एक पर्सन है, जेकर देखा जाए मैं एज अ क्वेश्चन देना चाहांगा तुहानू, जो तुसी खुद सॉल्व कर लो एज अ प्रैक्टिस बच्चों। अमित ते जया, ये दोनों गलबात कर रहे हैं। अमित ते जया गलबात कर रहे हैं। सनराइज या मॉर्निंग का समय प्यारे बच्चों, मैं स्टेटमेंट नहीं लिख रहा, टू द पॉइंट गल कर रहे हैं। ठीक है, अमित का परछावां ना, या अमृत का जो परछावां है, अमृत का परछावां, इतने अमृत पा देंगे अमृत की जगह पे। अमृत का परछावां या अमृत की जो शैडो है ना, वो अमृत के खब्बे हाथ पै रही है। किहदे हाथ बेटे? अमृत दे खब्बे हाथ पै रही है, खब्बे हाथ पै रही है। ठीक है बच्चों, अमृत का ही फेस दसना है। किहदा फेस दसना बेटा? अमृत का फेस दसना है। होप सो समझ आ रही होगी गल बेटा। अमृत का फेस दसना है। ਇਹਦਾ आंसर तुसी मैनू आप दोगे कमेंट सैक्शन ते, ਇਹਦਾ आंसर की हो सकता है? अमृत ते जया आपस च गलबात कर रहे ने, मॉर्निंग का समा है। अमृत का परछावां अमृत दे खब्बे हथ पै रहा है, पर अमृत का ही फेस दसना है प्यारे बच्चों। उम्मीद करदा तुहानू ये क्वेश्चन समझ आया होगा और मैं कमेंट सैक्शन च तुहाडी वेट करांगा, तुसी रिप्लाई करो इस क्वेश्चन का। आओ बच्चों, मैं लास्ट क्वेश्चन करवा रहा और ये लास्ट टाइप है बेटे। मैं ऑलरेडी क्या सी, जो परछावे वाले क्वेश्चन ने, ਜਾਂ ਤਾਂ परछावां खब्बे सज्जे पै सकता है, ਜਾਂ परछावां अगे पिछे पै सकता है। ਤਾਂ ਇਹ आ गया अगे वाला क्वेश्चन, ਜਾਂ अगे पिछे वाले जे क्वेश्चन की गल करिए ਤਾਂ कहना एक सवेर मोहित ते स्मित आपस में गलबात कर रहे हैं। सवेर का समा है, मोहित ते स्मित जो ने वो आपस में गलबात कर रहे हैं। देखो स्मित का परछावां ਉਹਦੇ ਪਿੱਛੇ ਪੈ ਰਿਹਾ, ਇਹ ਗੱਲ ਕਹੀ ਗਈ ਹੈ। स्मित का जो परछावां है उसके पिछे पै रहा है। मेरी गल दसो बच्चों, जेकर परछावां अगे पिछे होवेगा ना, तो ਇਹਦਾ मतलब की हो सकता है? देखो जेकर मैं सूरज वाल देख रहा हाँ, सूरज किधर है? मान लो जे सूरज ईस्ट वाल है, तो मैं सूरज वाल देख रहा, ता ही मेरा परछावां पिछे नूं पिया बच्चों। पॉइंट क्लियर हो रहा है या नहीं हो रहा? अगर मान लो मैं ईस्ट वाल देख रहा हाँ, सूरज इधर है प्यारे बच्चों, सूरज इधर है, तो मेरा जो परछावां है वो मेरे अगे आ जाएगा। उम्मीद करना ये गल समझ आ रही होगी। चलो इस क्वेश्चन को भी समझ के अपन कर सकते हैं। क्वेश्चन के विच क्या गया है, सवेर का समा दोनों आपस में गलबात कर रहे हैं। स्मित का परछावां ਉਹਦੇ ਪਿੱਛੇ ਪੈ ਰਿਹਾ ਸੀ, ਤਾਂ स्मित का चेहरा ਕਿਹੜੀ दिशा ਵੱਲ होएगा? प्यारे बच्चों समा ਕਿਹੜਾ है चेक करो, समा है सवेर का। सवेर का मतलब सूरज किधर है? सूरज है ईस्ट वाल। अगर सूरज ईस्ट वाल है तो परछावां पिछे ਨੂੰ जा रहा है। ਇਹਦਾ मतलब जे परछावां पिछे ਨੂੰ ਤਾਂ ਜਾਵੇਗਾ ना मेरा, जे मैं सूरज वाल देखांगा। उम्मीद करना तुसी समझ रहे होगे। तो स्मित का चेहरा किहड़ी दिशा वाल होएगा? तो स्मित का चेहरा प्यारे बच्चों सिंपल है, वो स्मित
ਸੂਰਜ ਵੱਲ ਹੀ ਤਾਂ ਦੇਖ ਰਿਹਾ ਹੈ, ਈਸਟ ਵੱਲ ਹੀ ਤਾਂ ਦੇਖ ਰਿਹਾ ਹੈ, ਸੋ ਦੈਟਸ ਵਾਈ ਉਹਦਾ ਆਂਸਰ ਈਸਟ ਆ ਜਾਏਗਾ। ਉਮੀਦ ਕਰਦਾ ਇਹ ਚੀਜ਼ ਤੁਹਾਨੂੰ ਸਮਝ ਆਈ ਹੋਵੇਗੀ। ਤਾਂ ਪਿਆਰੇ ਬੱਚੋ, ਲੈਕਚਰ ਡੈਫੀਨੇਟਲੀ ਥੋੜਾ ਲੈਂਥੀ ਹੋ ਗਿਆ। ਕਾਰਨ ਇਹ ਸੀ ਕਿ ਮੈਂ ਚਾਹੁੰਦਾ ਸੀ ਕਿ ਤੁਹਾਨੂੰ ਹਰ ਕਨਸੈਪਟ ਕਰਾਵਾਂ ਇਸਦਾ, ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਡਾਊਟ ਨਾ ਰਹੇ ਡਿਸਟੈਂਸ ਐਂਡ ਡਾਇਰੈਕਸ਼ਨ ਦੇ ਵਿੱਚ, ਕਿਉਂਕਿ ਇਹ ਚੈਪਟਰ ਇੰਨਾ ਕੁ ਇੰਪੋਰਟੈਂਟ ਹੈ। ਚਾਹੇ ਤੁਸੀਂ ਕਾਂਸਟੇਬਲ ਦੀ ਪੋਸਟ ਤੋਂ ਲੈ ਕੇ ਸਬ ਇੰਸਪੈਕਟਰ, ਪੰਜਾਬ ਦੇ ਪਟਵਾਰੀ ਦੀ ਪੋਸਟ, ਜਾਂ ਫਿਰ ਪਿਆਰੇ ਬੱਚੋ ਬੈਂਕ ਕਲਰਕ ਜਾਂ ਬੈਂਕ ਪੀਓ ਤੱਕ ਵੀ ਤੁਸੀਂ ਜਾਂਦੇ ਹੋ, ਤਾਂ ਇਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਡੈਫੀਨੇਟਲੀ ਫੇਸ ਕਰਨੇ ਪੈਣਗੇ। ਔਰ 1 ਤੋਂ 2 ਨੰਬਰ ਦਾ ਕੁਐਸਚਨ 101% ਪੱਕਾ ਹੀ ਪੱਕਾ ਹੈ ਐਗਜ਼ਾਮ ਦੇ ਵਿੱਚ ਆਏਗਾ ਪਿਆਰੇ ਬੱਚੋ। ਸੋ ਦੈਟਸ ਵਾਈ ਇਹ ਥੋੜਾ ਲੈਂਥੀ ਵੀ ਹੋਇਆ। ਪਰ ਪਿਆਰੇ ਬੱਚੋ, ਜਿਹੜੇ ਜਿਹੜੇ ਮੈਂ ਕੁਐਸਚਨ ਤੁਹਾਡੇ ਤੋਂ ਪੁੱਛੇ ਨੇ, ਮੈਂ ਵੇਟ ਕਰਾਂਗਾ ਤੁਸੀਂ ਪਲੀਜ਼ ਉਸ ਨੂੰ ਕਮੈਂਟ ਸੈਕਸ਼ਨ ਤੇ ਰਿਪਲਾਈ ਕਰਿਓ। ਆਓ ਬੱਚੋ, ਮੈਂ ਲਾਸਟ ਪੁਆਇੰਟ ਤੇ ਜੋ ਤੁਹਾਨੂੰ ਦੱਸਣਾ ਚਾਹਾਂਗਾ ਪਿਆਰੇ ਬੱਚੋ, ਇਸ ਐਪ ਤੇ ਮੈਂ ਅੱਜ ਸ਼ਾਮ ਤੱਕ, ਜਿਵੇਂ ਹੀ ਤੁਸੀਂ ਵੀਡੀਓ ਦੇਖਦੇ ਹੋ, ਅੱਜ ਸ਼ਾਮ ਤੱਕ ਤੁਹਾਨੂੰ ਇੰਗਲਿਸ਼ ਦੇ ਵਿੱਚ ਇਸ ਦੀ PDF ਪਾ ਦਾਂਗਾ ਬੱਚੋ, ਜੋ ਪ੍ਰੈਕਟਿਸ ਸੈੱਟ ਹੋਣਗੇ ਡਿਸਟੈਂਸ ਐਂਡ ਡਾਇਰੈਕਸ਼ਨ ਦੇ। ਬੇਟਾ ਡਿਸਟੈਂਸ ਐਂਡ ਡਾਇਰੈਕਸ਼ਨ ਦੇ ਪ੍ਰੈਕਟਿਸ ਸੈੱਟ ਇਸੇ ਐਪ ਦੇ ਵਿੱਚ ਤੁਹਾਨੂੰ ਅਪਲੋਡ ਹੋ ਜਾਣਗੇ। ਔਰ ਇਹਦਾ ਜੋ ਪੰਜਾਬੀ ਵਰਜ਼ਨ ਹੈ ਕੁਐਸਚਨਾਂ ਦਾ ਬੱਚੋ, ਉਹ ਮੇਬੀ ਤੁਹਾਨੂੰ ਮਾਰਨਿੰਗ ਤੱਕ ਮਿਲ ਜਾਏਗਾ ਬੱਚੋ। ਜੋ ਪੰਜਾਬੀ ਵਰਜ਼ਨ ਹੈ ਡਿਸਟੈਂਸ ਐਂਡ ਡਾਇਰੈਕਸ਼ਨ ਦੇ ਕੁਐਸਚਨਾਂ ਦਾ, ਉਹ ਤੁਹਾਨੂੰ ਮਾਰਨਿੰਗ ਤੱਕ ਮਿਲ ਜਾਏਗਾ। ਪਿਆਰੇ ਬੱਚੋ, ਵੀਡੀਓ ਦੇ ਰਿਗਾਰਡਿੰਗ ਜਿਵੇਂ ਹੀ ਤੁਸੀਂ ਕੁਐਸਚਨ ਦੇਖਦੇ ਹੋ, ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਜਾਂ ਫਿਰ ਤੁਹਾਨੂੰ ਐਪ ਚਲਾਉਣ ਦੇ ਵਿੱਚ ਕੋਈ ਵੀ ਦਿੱਕਤ ਆਉਂਦੀ ਹੈ, ਪਿਆਰੇ ਬੱਚੋ ਨੀਚੇ ਮੇਰਾ ਨੰਬਰ ਦਿੱਤਾ ਗਿਆ ਹੈ, ਇਹ ਵਾਲਾ ਨੰਬਰ ਬੇਟਾ, ਇਸ ਨੰਬਰ ਤੇ ਤੁਸੀਂ ਮੇਰੇ ਨਾਲ ਡਾਇਰੈਕਟ ਮੈਸੇਜ ਸੈਂਡ ਕਰ ਸਕਦੇ ਹੋ, ਗੱਲ ਕਰ ਸਕਦੇ ਹੋ। ਤਾਂ ਪਿਆਰੇ ਬੱਚੋ, ਅੰਤ ਵਿੱਚ ਕਹਾਂਗਾ ਥੈਂਕ ਯੂ ਸੋ ਮਚ, ਤੁਸੀਂ ਇੰਨਾ ਸਮੇਂ ਤੋਂ ਇਹ ਵੀਡੀਓ ਦੇਖੀ ਔਰ ਕਨਸੈਪਟ ਸਮਝੇ ਬੇਟਾ। ਤਾਂ ਥੈਂਕ ਯੂ ਡੀਅਰ, ਥੈਂਕ ਯੂ ਰਾਜੀਵ।